वाहिगुरू जी का खालसा वाहिगुरू जी की फतेह। परम सम्मानयोग गुरु प्यारे गुरु सवारे सत्संगी जनों, आप सारिਆਂ ਨੂੰ ਅੱਜ ਦੀ ਗੁਰਮਤਿ ਕਲਾਸ ਵਿੱਚ ਜੀ ਆਇਆਂ। ਮੰਗਲਵਾਰ ਅਸੀਂ ਸੰਥਿਆ ਕਲਾਸ ਸੋਈਏ ਮਹੱਲੇ ਚੌਥੇ ਕੇ ਦੇ ਅੱਜ ਵਿਚਾਰ ਆਰੰਭ ਹੋਏਗੀ, ਜਿਸ ਵਿੱਚ ਗੁਰਬਾਣੀ ਦਾ ਉਚਾਰਨ, ਗੁਰਬਾਣੀ ਦਾ ਪਾਠ, ਗੁਰਬਾਣੀ ਵਿਆਕਰਨ ਦੇ ਨਿਯਮ, ਗੁਰਬਾਣੀ ਦੇ ਅਰਥ, ਇਹ ਸਾਰੀਆਂ ਚੀਜ਼ਾਂ ਵੀਰ ਅੰਮ੍ਰਿਤਪਾਲ ਸਿੰਘ ਜੀ ਸਾਡੇ ਨਾਲ ਹਰ ਹਫ਼ਤੇ ਸ਼ੇਅਰ ਕਰਦੇ ਹਨ। ਇਹ ਸੇਵਾ ਵੀਰ ਅੰਮ੍ਰਿਤਪਾਲ ਸਿੰਘ ਜੀ ਲੁਧਿਆਣੇ ਵਾਲੇ ਨਿਭਾ ਰਹੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਦੀ ਕਲਾਸ ਨੂੰ ਆਰੰਭ ਕਰਨ ਔਰ ਸੋਈਏ ਮਹੱਲੇ ਚੌਥੇ ਕਦੋਂ ਜੋ ਅੱਜ ਦੀ ਵਿਚਾਰ ਆਰੰਭ ਹੋਣੀ ਹੈ ਉਹ ਸਾਡੇ ਨਾਲ ਵਿਚਾਰਾਂ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰਮੁਖ ਪਿਆਰੇ ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਰਦਾਰ ਹਰਜੀਤ ਸਿੰਘ ਜੀ, ਸਰਦਾਰ MP ਸਿੰਘ ਜੀ, ਸਰਦਾਰ ਰਾਜਾ ਸਿੰਘ ਜੀ, ਗਿਆਨੀ ਜਗੀਰ ਸਿੰਘ ਜੀ, ਹੋਰ ਜਿੰਨੇ ਵੀ ਪਤਵੰਤੇ ਸੱਜਣ ਅਤੇ ਸਿੱਖ ਮਿਸ਼ਨਰੀ ਕਾਲਜ ਦੇ ਅਮਰੀਕਾ ਦੇ ਸਰਕਲ ਦੇ ਅਤੇ ਸਾਰੀ ਦੁਨੀਆ ਤੋਂ ਇਕੱਠੇ ਹੋਏ ਜਿਤਨੇ ਵੀ ਗੁਰਸਿੱਖ ਸਾਧ ਸੰਗਤ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਚੌਥੇ ਗੁਰਦੇਵ ਜੀ ਦੇ ਸਿਫਤ ਵਿੱਚ ਉਚਾਰਨ ਕੀਤੇ ਹੋਏ ਸਮਿਆਂ ਦੀ ਵਿਚਾਰ, ਵਿਆਕਰਣਿਕ ਵਿਚਾਰ ਅੱਜ ਅਸੀਂ ਆਰੰਭ ਕਰਨ ਜਾ ਰਹੇ ਹਾਂ। ਅਤੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਉਚਾਰਨ ਦੇਖ ਲਈਏ ਜੀ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਦੀ ਸਿਫਤ ਦੇ ਸਵਈਏ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਵਈਏ ਮਹਿਲੇ ਚੌਥੇ ਕੇ, ਇੱਕ ਮਨ ਪੁਰਖ ਨਿਰੰਜਨ ਧਿਆਵੋ। ਗੁਰੂ ਪ੍ਰਸਾਦ ਹਰ ਗੁਣ ਸਦ ਗਾਵੋ, ਗੁਣ ਗਾਵਤ ਮਨ ਹੋਏ ਬਿਗਾਸਾ। ਸਤਿਗੁਰ ਪੂਰ ਜਨਹ ਕੀ ਆਸਾ। ਇੱਕ ਮਨ ਪੁਰਖ ਨਿਰੰਜਨ ਧਿਆਵੋ, ਗੁਰ ਪ੍ਰਸਾਦ ਹਰ ਗੁਣ ਸਦ ਗਾਵੋ। ਗੁਣ ਗਾਵਤ ਮਨ ਹੋਏ ਬਿਗਾਸਾ, ਸਤਿਗੁਰ ਪੂਰ ਜਨਹ ਕੀ ਆਸਾ। ਸਤਿਗੁਰ ਸੇਵ ਪਰਮ ਪਦ ਪਾਇਓ, ਅਬਿਨਾਸ਼ੀ ਅਬਿਗਤ ਧਿਆਇਓ। ਤਿਸ ਭੇਟੇ ਦਾਰਿਦ੍ਰ ਨਾ ਚੰਪੈ, ਕਲਿਆ ਸਹਾਰ ਤਾਸ ਗੁਣ ਜੰਪੈ। ਜੰਪੋਂ ਗੁਣ ਬਿਮਲ ਸੁਜਨ ਜਨ ਕੇਰੇ, ਅਮੇ ਨਾਮ ਜਾ ਕੋ ਫੁਰਿਆ। ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ, ਨਾਮ ਨਿਰੰਜਨ ਉਰ ਧਰਿਆ। ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ। ਕਵ ਕੱਲੇ ਠਕੁਰ ਹਰਦਾਸ ਤਨੇ, ਗੁਰੂ ਰਾਮਦਾਸ ਸਰ ਅਪਰ ਪਰੇ। ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ। ਕਵ ਕੱਲਿਆ ਠਕੁਰ ਹਰਦਾਸ ਤਨੇ, ਗੁਰੂ ਰਾਮਦਾਸ ਸਰ ਅਪਰ ਪਰੇ। ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਚੌਥੇ ਗੁਰਦੇਵ ਜੀ ਦੀ ਉਸਤਤ ਦੇ ਵਿੱਚ ਉਚਾਰਨ ਕੀਤੇ ਹੋਏ ਸਵਈਏ, ਜਿਨ੍ਹਾਂ ਦੇ ਆਰੰਭਤਾ ਵਿੱਚ ਸੰਖੇਪ ਮੰਗਲ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਇੱਕ ਹੈ, ਇੱਕ ਰਸ ਭਰਪੂਰ ਹੈ, ਉਹ ਸਦੀਵ ਸੱਚਾ ਹੈ, ਸਥਿਰ ਹੈ ਤੇ ਗੁਰੂ ਜੀ ਦੀ ਕਿਰਪਾ ਦੇ ਸਦਕਾ ਪ੍ਰਾਪਤ ਹੁੰਦਾ ਹੈ। ਸਵਈਏ ਮਹਿਲੇ ਚੌਥੇ ਕੇ, ਇਹਦੇ ਅੱਗੇ 4 ਅੰਕ ਵੀ ਪਾਇਆ ਹੈ ਕਿ ਇਹਨੂੰ ਕੋਈ ਸਵਈਏ ਮਹਿਲੇ 4 ਨਾ ਪੜੇ, ਚੌਥਾ ਨਾ ਪੜੇ, ਇਹਦਾ ਉਚਾਰਨ ਹੋਵੇ ਚੌਥੇ ਕੇ। ਇਸ ਕਰਕੇ ਇਹਨੂੰ ਸ਼ਬਦਾਂ ਵਿੱਚ, ਅੱਖਰਾਂ ਵਿੱਚ ਵੀ ਨਾਲ ਦੇ ਦਿੱਤਾ ਕਿ ਇਸ 4 ਨੂੰ ਚੌਥੇ ਕੇ ਪੜਿਆ ਜਾਏ।
सवैये महले चौथे के, ये उचारण सेध है। एक मन पुरख निरंजन ध्यावों, गुर प्रसाद हर गुण सद गावों। एक इत्थे एक दा मतलब इकाग्रता, मन दे नन्हे नूं सिहारी आ गई। मन दे राही भाव इकागर मन दे राही, एक मन दे राही, जिथे मन सिर्फ एक वज जाए साबित हो जाए, जिथे मन खिंडिया होया ना होवे, टुकड़ियां च ना वंडिया होवे, मन है विचारां दा संग्रह, भाव जिथे वक्खो वक्खरे विचार ना चलदे होण, एक ही विचार रह जाए, वो वाला मन। एक मन पुरख, खखे नूं औंकड़ आ गई, निरंजन दे भी नन्हे नूं औंकड़ आ गई। पुरख जिहड़ा कण कण विच व्याप रहा है, प्रभु निरंजन, निर प्लस अंजन, अंजन तो रहत। अंजन का अर्थ है कालख, जिवें अंजन सुरमे नूं आखदे ने, सुरमा काला हुंदा है। अंजन मैंने कालख, इत्थे भाव माया दी कालख तो रहत, निरअंजन प्रभु का विशेषण होने करके ये औंकड़ सहित आया। पुरख निरंजन ध्यावों, भाव मैं ध्यावां। गुर प्रसाद, इत्थे गुर दे लारे नूं औंकड़ तां नहीं आई, अगे लुपत संबंधक आ गया कि गुरु दे प्रसाद दे दद्दे नूं आ गई सिहारी, प्रसाद राही, गुरु दी किरपा द्वारा, गुरु दे प्रसाद राही। गुर प्रसाद हर गुण सद गावों, इत्थे हर रारी दी सिहारी ये तत्सम शब्द है, अपनी मौलिक सिहारी ये शब्द नाल लैके आया। गुण दे नाल औंकड़ नहीं आई, इहदा मतलब इत्थे बहुतियां गुणां दी गल चल रही है। सद मैंने सदा हमेशा गावों, हुण इहदे अर्थ देखिए। एक मन पुरख निरंजन ध्यावों, मैं एकाग्र मन हो के माया तो रहत जिहड़ा हर थां ते व्यापक है, उन्होंने सिमरां, उन्होंने ध्यावां। गुर प्रसाद हर गुण सद गावों, गुर प्रसाद गुरु की किरपा के द्वारा हरि दे सदा ही गुण गांदा रवां, सदा ही उहदे गुण गावां। गुण गावत मन होए दिगासा, सतगुर पूर जनै की आसा। गुण गावत, इत्थे गुण बहुते ने, इस करके नन्हे नूं औंकड़ नहीं आई। गुणां नूं गाउंदियां होइयां मन होए दिगासा, मन दे नन्हे नूं सिहारी तां आई, मन विच होए, की होए मन विच? दिगासा, मैंने खड़ाओ पैदा हो जाए। जिवें जिवें गुणां नूं गावां, मन च खड़ाओ पैदा होवे, खुशी पैदा होए। मन विच खुशी आ जानी ही असल दे विच इकाग्रता है। जिन्हों गुरु हरराय साहब पातशाह जी ने कदी कहा सी, सिख ने सवाल किया भी किवें पता लगे कि मन बाणी च टिकिया गया, रब दी सिफत च टिकिया गया। ते सतगुरु पातशाह आखदे जदों सिफत करदियां ये लगे मैं थोड़ी होर सिफत कर लवां, थोड़ी होर, जदों बाणी होर चंगी लगन लग जाए, समझ लो मन टिक गया। मन जागे की यह निशानी, प्रिय लागे सतगुरु की बाणी। जदों बाणी मिठी लगन लग गई, प्यारी लगन लग गई कि होर पढ़ लवां, समझ लो मन जाग गया। यह है मन का दिगास। गुण गावत मन होई पिगासा, जिमें ही गुणां नूं गाउंदा हां, गाउंदियां गाउंदियां मेरे मन च खड़ाओ पैदा होवे। सतगुर, इत्थे सतगुर ते रुकना पैना है, क्योंकि रारे नूं औंकड़ नहीं लगी। जां ते बहुवचन होएगा, जे औंकड़ ना होवे पुलिंग दे, जे पुलिंग दे औंकड़ ना होवे ते अगे कोई ना कोई संबंधक लग्या हो सकता है, का, के, की, दा, दे, दी, पर ना ते इत्थे अगे संबंधक हैगा, ना ही बहुते गुरुआं दी गल है, ते स्त्रीलिंग शब्द है नहीं। चौथा कारण संबोधन। पुलिंग नाउन नाल औंकड़ ना आण दे मेन जिहड़े चार ही कारण हुंदे ने, जां ते स्त्रीलिंग होएगा, जां वो बहुवचन होएगा, जां उहदे अगे संबंधक लग्या होएगा, जां वो संबोधन होएगा। सतगुर बहुते नहीं हन, सतगुर दे अगे संबंधक नहीं लग्या, का, के, की, दा, दे, दी कुछ नहीं लग्या होया। और सतगुर जिहड़ा है इत्थे संबोधन आ गया फिर, क्योंकि स्त्रीलिंग भी नहीं है, पुलिंग है, इस करके संबोधन आ गया। सतगुर भाव हे सतगुरु जी, पूर जनै की आसा, पूर दे रारे नूं सिहारी आ गई, पूरी करो। जदों हुक्मी भविक्त मध्यम पुरख एक वचनी वाक आउंदा है, उदों क्रिया दे आखिरी अखर नूं जां सिहारी ते जां औंकड़ लग जाती है, जिथे एक बेनती की जाती है, जां हुक्म या बेनती। पूर भाव पूरी करो,
ਜਨੈ ਕੀ ਆਸਾ, ਇੱਥੇ ਜਨ ਬਹੁਤੇ ਨੇ, ਦਾਸਾਂ ਦੀ ਆਸ ਪੂਰੀ ਕਰੋ, ਦਾਸ ਦੀ ਆਸ ਪੂਰੀ ਕਰੋ। ਸਤਿਗੁਰ ਪੂਰ ਜਨੈ ਕੀ ਆਸਾ, ਸਤਿਗੁਰ ਸੇਵ ਪਰਮ ਪਦ ਪਾਇਓ, ਅਬਿਨਾਸ਼ੀ ਅਬਿਗਤ ਧਿਆਇਓ। ਸਤਿਗੁਰ, ਇੱਥੇ ਰਾਰੇ ਨੂੰ ਔਂਕੜ ਆ ਗਈ ਹੁਣ, ਭਾਵ ਇੱਥੇ ਇੱਕ ਵਚਨ ਪੁਲਿੰਗ ਹੈਗਾ, ਨਾ ਇਹ ਸੰਬੋਧਨ ਹੈ ਨਾ ਕੋਈ ਸੰਬੰਧਕ ਹੈ ਇਹਦੇ ਨਾਲ। ਸਤਿਗੁਰ ਸੇਵ ਪਰਮ ਪਦ ਪਾਇਓ, ਸੇਵ ਦੇ ਵਾਵੇ ਨੂੰ ਆ ਗਈ ਸਿਆਰੀ, ਸੇਵਾ ਕਰਕੇ। ਪਰਮ ਪਦ, ਪਰਮ ਪਦਵੀ, ਉੱਚਾ ਮਰਾਤਬਾ, ਉੱਚਾ ਰੁਤਬਾ, ਉੱਚਾ ਦਰਜਾ। ਪਦ ਦੇ ਦੱਦੇ ਨੂੰ ਔਂਕੜ ਤਾਂ ਆਈ ਕਿਉਂਕਿ ਇੱਥੇ ਦਰਜੇ ਦਾ ਰੂਪ ਦੇ ਵਿੱਚ ਇਹਦੇ ਅਰਥ ਹੈਗੇ ਨੇ। ਪਰਮ ਪਦ, ਪਰਮ ਦਰਜਾ, ਉੱਚਾ ਦਰਜਾ ਪਾਇਓ। ਸਤਿਗੁਰ ਸੇਵ ਕੇ ਪਰਮ ਪਦ ਪਾਇਆ, ਭਾਵ ਗੁਰੂ ਰਾਮਦਾਸ ਪਾਤਸ਼ਾਹ ਦੀ ਇਸ ਸਵਈਏ ਚ ਸਿਫਤ ਚੱਲ ਰਹੀ ਹੈ। ਗੁਰੂ ਰਾਮਦਾਸ ਜੀ ਨੇ ਸਤਿਗੁਰ ਸੇਵਿਆ ਤੇ ਉੱਚਾ ਮਰਾਤਬਾ ਹਾਸਲ ਕਰ ਲਿਆ। ਅਬਿਨਾਸ਼ੀ ਅਬਿਗਤ ਧਿਆਇਓ, ਉਹਨਾਂ ਨੇ ਕੀ ਕੀਤਾ? ਅਬਿਨਾਸ਼ੀ, ਜਿਹੜਾ ਨਾਸ਼ ਨਾ ਹੋਵੇ। ਬਿਨਾਸ਼ੀ ਦੇ ਅੱਗੇ ਅਗੇਤਰ ਹੈਗਾ ਅ, ਇਹ ਪ੍ਰੀਫਿਕਸ ਹੈਗਾ, ਅਬਿਨਾਸ਼ੀ, ਜਿਹੜਾ ਨਾਸ਼ ਨਾ ਹੋਵੇ, ਭਾਵ ਸਦੀਵੀ ਜਿਹੜਾ ਪ੍ਰਭੂ ਹੈ। ਉਸ ਤੋਂ ਬਾਅਦ ਅਬਿਗਤ, ਇੱਥੇ ਵੀ ਅਬਿਗਤ ਪਾਠ ਨਹੀਂ ਹੋਏਗਾ, ਇੱਥੇ ਅਬਿਗਤ ਪਾਠ ਹੋਏਗਾ। ਬਿਗਤ ਇਹ ਸੰਸਕ੍ਰਿਤ ਦਾ ਲਫ਼ਜ਼ ਹੈ ਵਿਅਕਤ। ਵਿਅਕਤ ਦਾ ਭਾਵ ਨਜ਼ਰ ਆਉਣ ਵਾਲਾ, ਦਿਸਣ ਵਾਲਾ। ਜਿਵੇਂ ਅਸੀਂ ਕਹਿੰਦੇ ਹਾਂ ਵੀ 6 ਵਿਅਕਤੀ ਲੰਘੇ, ਨਜ਼ਰ ਆਉਣ ਵਾਲੇ ਲੰਘੇ, ਵੀ ਨਜ਼ਰ ਆਏ ਵੀ ਲੰਘੇ ਨੇ, ਇਹ ਨਹੀਂ ਪਤਾ ਉਹ ਆਦਮੀ ਸਨ ਕਿ ਔਰਤਾਂ ਸਨ, ਸਿਰਫ ਨਜ਼ਰ ਆਏ ਵਿਅਕਤੀ। ਵਿਅਕਤ ਮੈਨੇ ਨਜ਼ਰ ਆਉਣਾ, ਤੇ ਜਦੋਂ ਅੱਗੇ ਐੜਾ ਲੱਗ ਜਾਏ ਅਵਿਅਕਤ, ਮੈਨੇ ਜਿਹੜਾ ਨਜ਼ਰ ਨਾ ਆਵੇ, ਦਿਸੇ ਨਾ। ਅਬਿਗਤ, ਜਿਹੜਾ ਨਜ਼ਰ ਨਾ ਆਵੇ, ਉਹ ਪ੍ਰਭੂ ਜਿਹੜਾ ਅਦ੍ਰਿਸ਼ਟ ਹੈ, ਉਹ ਅਬਿਗਤ ਧਿਆਵੋ, ਅਦ੍ਰਿਸ਼ਟ ਪ੍ਰਭੂ ਨੂੰ ਧਿਆਵੋ, ਮੈਨੇ ਧਿਆਇਆ ਹੈ, ਸਿਮਰਿਆ ਹੈ, ਚੇਤੇ ਕੀਤਾ ਹੈ। ਕੁਝ ਸ਼ਬਦ ਐਸੇ ਵੀ ਇਦਾਂ ਦੇ ਆਣਗੇ ਜਿੱਥੇ ਅਬਗਤ ਪਾਠ ਪੜਨਾ ਪਏਗਾ, ਉੱਥੇ ਬੱਬੇ ਨੂੰ ਸਿਹਾਰੀ ਨਹੀਂ ਹੋਏਗੀ, ਪਰ ਅਬਗਤ ਪਾਠ ਹੋਏਗਾ ਪਰ ਸਿਹਾਰੀ ਨਹੀਂ ਹੋਏਗੀ। ਪਰ ਕਈ ਥਾਵਾਂ ਤੇ ਅਵਿਗਤ ਪਾਠ ਵੀ ਪੜਨਾ ਪਏਗਾ ਜਿੱਥੇ ਬਾਬੇ ਨੂੰ ਸਿਹਾਰੀ ਹੋਏਗੀ। ਦੇਖੋ ਮੈਂ ਉਦਾਹਰਨ ਦੇ ਦਿੰਦਾ ਗੁਰਬਾਣੀ ਦੇ ਵਿੱਚੋਂ, ਤੇ ਆਪ ਨੂੰ ਚੈੱਕ ਕਰ ਸਕਦੇ ਹੈਗੇ ਹੋ। ਮੈਂ ਤੁਹਾਨੂੰ ਇੱਥੇ ਤਿੰਨੇ ਸ਼ਬਦ ਦੇ ਦਿੰਦਾ ਵਾਂ, ਸ਼ਾਇਦ ਮੈਂ ਇੱਥੇ ਹੁਣ ਸ਼ੋਅ ਨਹੀਂ ਕਰ ਸਕਦਾ, ਮੈਂ ਵੈਸੇ ਦੱਸ ਦੇਣਾ। ਚਲੋ ਹਾਂ ਕਰ ਸਕਦਾ ਸ਼ੋਅ ਜੀ, ਬਿਲਕੁਲ ਠੀਕ। ਮੈਂ ਇਹ ਲਿਖ ਕੇ ਰੱਖੇ ਸੀ ਹੁਣੇ, ਹਰ ਨਾਮ ਹਮਾਰਾ ਪ੍ਰਭ ਅਬਿਗਤ ਅਗੋਚਰ। ਅਬਿਗਤ, ਇੱਥੇ ਅਲੱਗ ਪੜਨਾ ਹੈ, ਬਿਗਤ ਅਲੱਗ ਪੜਨਾ ਹੈ, ਭਾਵ ਅਦ੍ਰਿਸ਼ਟ, ਜਿਹੜਾ ਬਿਗਤ ਨਹੀਂ ਹੈ, ਜਿਹੜਾ ਦਿਸਦਾ ਨਹੀਂ ਹੈ, ਵਿਅਕਤ ਨਹੀਂ ਹੈ, ਜਿਹੜਾ ਅਬਿਗਤ ਅਗੋਚਰ, ਅਬਿਨਾਸ਼ੀ, ਪੁਰਖ ਵਿਦਾਤਾ। ਇੱਥੇ ਸਾਰੇ ਐੜੇ ਅਗੇਤਰ ਨੇ। ਅਗੋਚਰ ਜਿਹੜਾ ਇੰਦਰੀਆਂ ਦੇ ਗੋਚਰੇ ਨਹੀਂ, ਅਬਿਨਾਸ਼ੀ ਜਿਹੜਾ ਵਿਨਾਸ਼ਵਾਨ ਨਹੀਂ ਹੁੰਦਾ, ਨਾਸ਼ਵਾਨ ਨਹੀਂ ਹੁੰਦਾ। ਪਰ ਜਦੋਂ ਬੱਬੇ ਨੂੰ ਸਿਹਾਰੀ ਨਹੀਂ ਹੋਏਗੀ, ਸਾਧੂ ਬਿਨ ਤੈਸੇ ਅਬਗਤ ਜਾਵੇ, ਅਬਗਤ ਜਾਈਏ। ਅਬਗਤ ਮੈਨੇ ਵਿਅਰਥ, ਇੱਥੇ ਅਬਗਤ, ਇੱਥੇ ਅਬਗਤ ਪਾਠ ਨਹੀਂ ਕਰਨਾ, ਇੱਥੇ ਅਬਗਤ ਜਾਈਏ ਮੈਨੇ ਵਿਅਰਥ ਚਲਾ ਜਾਂਦਾ ਹੈ। ਜਿੱਥੇ ਚੰਗੀ ਮੰਦੀ ਹਾਲਤ ਹੋਵੇ ਉੱਥੇ ਗਤ ਅਵਗਤ ਕੀ ਸਾਰ ਨਾ ਜਾਣੇ, ਬੂਝੇ ਸ਼ਬਦ ਕਮਾਈ ਹੈ। ਗਤ ਅਵਗਤ ਮੈਨੇ ਚੰਗੀ ਮਾੜੀ ਹਾਲਤ, ਭਾਵ ਚੰਗੀ ਮੰਦੀ ਹਾਲਤ ਦਾ ਇਹਨੂੰ ਪਤਾ ਨਹੀਂ ਚੱਲਦਾ। ਗਤ ਮੈਨੇ ਚੰਗੀ ਹਾਲਤ, ਅਵਗਤ ਮੈਨੇ ਮੰਦੀ ਹਾਲਤ। ਇਹ ਤਿੰਨ ਸ਼ਬਦ ਜਿਹੜੇ ਤੁਸੀਂ ਧਿਆਨ ਚ ਰੱਖ ਸਕਦੇ ਹੈਗੇ ਹੋ। ਅਬਿਗਤ ਪਾਠ ਜਿੱਥੇ ਹੋਏਗਾ ਉੱਥੇ ਅਦ੍ਰਿਸ਼ਟ ਅਰਥ ਬਣ ਜਾਣਗੇ, ਅਬਗਤ ਪਾਠ ਜਿੱਥੇ ਹੋਏਗਾ ਉੱਥੇ ਵਿਅਰਥ ਅਰਥ ਬਣ ਜਾਣਗੇ, ਗਤ ਅਵਿਗਤ ਪਾਠ ਹੋਏਗਾ ਜਿੱਥੇ, ਉੱਥੇ ਮੰਦੀ ਹਾਲਤ। ਇਸ ਕਰਕੇ ਇਹਨੂੰ ਅਬਿਗਤ ਪਾਠ ਨਹੀਂ ਕਰਨਾ, ਅਬਿਗਤ, ਇਹਦਾ ਉਚਾਰਨ ਜਿਹੜਾ ਅਬਿਗਤ ਪਾਠ ਹੋਏਗਾ। ਹਾਂਜੀ, ਅਸੀਂ ਦੇਖਦੇ ਹਾਂ ਵੀ ਅਬਿਨਾਸ਼ੀ ਅਬਿਗਤ ਧਿਆਵੋਂ, ਨਿਰਮਾਇਲ ਉਪਜੈ, ਜਦੋਂ ਅਸੀਂ ਪੜ੍ਹਦੇ ਹਾਂ ਉਹਦੇ ਵਿੱਚ ਆਉਂਦਾ ਕਿ ਨਿਰਗੁਣ ਤੇ ਸਰਗੁਣ ਥੀਆ, ਅਬਿਗਤੋ ਪਾਠ ਉੱਥੇ ਪਾਏਗਾ। ਅਬਿਗਤੋ ਨਿਰਮਾਇਲ ਉਪਜੈ, ਨਿਰਗੁਣ ਤੇ ਸਰਗੁਣ ਥੀਆ, ਅਬਿਗਤੋ। ਏਦਾਂ ਹੀ ਅਬਿਗਤ ਧਿਆਵੋਂ, ਤਿਸ ਭੇਟੇ ਦਾਰਿਦਰ ਨ ਚੰਪੈ। ਤਿਸ ਮੈਨੇ ਉਸ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ, ਭੇਟੇ, ਭੇਟਿਆਂ ਚਰਨੀ ਲੱਗਿਆ, ਭਾਵ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਚਰਨੀ ਲੱਗਿਆ, ਦਾਰਿਦਰ ਨਾ ਚੰਪੈ। ਦਾਰਿਦਰ ਦੇ ਆਖਰੀ ਅੱਖਰ ਨੂੰ ਔਂਕੜ ਲੱਗੀ ਹੋਈ ਹੈ, ਇਹ ਦਰਿਦਰ ਤੋਂ ਸ਼ਬਦ ਬਣਿਆ ਦਾਰਿਦਰ, ਭਾਵ ਗਰੀਬੀ। ਨਾ ਚੰਪੈ,
ਚੰਪੈ ਮੈਨੇ ਚੰਬੜਦਾ ਨਹੀਂ ਹੈ, ਤਿਸ ਭੇਟੇ ਦਾਰਿਦਰ ਨ ਚੰਪੈ, ਕੱਲੇ ਸਹਾਰ ਤਾਸ ਗੁਣ ਚੰਪੈ। ਕੱਲੇ, ਇੱਥੇ ਕੱਲੇ ਦਾ ਭਾਵ ਭੱਟ ਕਲ, ਸਹਾਰ ਉਹਦਾ ਨਾਮ ਹੈਗਾ ਕੱਲੇ ਸਹਾਰ, ਭਾਵ ਭੱਟ ਕਲ ਸਹਾਰ ਜਿਹੜਾ ਉਹ ਕੀ ਕਰਦਾ ਹੈ, ਤਾਸ ਗੁਣ ਜੰਪੈ। ਤਾਸ ਸੱਸੇ ਨੌਕੜ ਆ ਗਈ, ਭਾਵ ਉਸ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਣ ਦੇ ਰਾਣੀ ਨੌਕੜ ਆਈ ਨਹੀਂ, ਬਹੁਤਿਆਂ ਗੁਣਾਂ ਨੂੰ ਜੰਪੈ ਮੈਨੇ ਜਪਦਾ ਹੈ। ਭੱਟ ਕਲ ਸਹਾਰ ਜਿਹੜਾ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਣਾਂ ਨੂੰ ਗਾਉਂਦਾ ਹੈ, ਜਪਦਾ ਹੈ। ਜੰਪੋਂ ਗੁਣ ਬਿਮਲ ਸੁਜਨ ਜਨ ਕੇਰੇ, ਅਮੇ ਨਾਮ ਜਾ ਕੋ ਫੁਰਿਆ। ਜੰਪੋਂ ਗੁਣ, ਜੰਪੋਂ ਮੈਨੇ ਮੈਂ ਜਪਦਾ ਹਾਂ, ਗੁਣ ਦੇ ਰਾਣੇ ਨੂੰ ਔਂਕੜ ਨਹੀਂ ਆਈ, ਇਹਦਾ ਮਤਲਬ ਬਹੁਤਿਆਂ ਗੁਣਾਂ ਨੂੰ ਜਪਦਾ ਹਾਂ। ਇੱਥੇ ਬਹੁਤੇ ਗੁਣਾਂ ਦੀ ਗੱਲ ਹੈ। ਬਿਮਲ ਸੁਜਨ ਜਨ ਕੇਰੇ, ਬਿਮਲ ਮੈਨੇ ਮੈਲ ਤੋਂ ਰਹਿਤ, ਭਾਵ ਨਿਰਮਲ ਗੁਣ। ਜਿਹੜੇ ਸਤਿਗੁਰੂ ਪਾਤਸ਼ਾਹ ਜੀ ਦੇ ਨਿਰਮਲ ਗੁਣ ਹਨ, ਗੁਣਾਂ ਦੇ ਨਾਲ ਬਿਮਲ ਜਿਹੜਾ ਹੈ ਨਿਰਮਲ, ਉਹਦਾ ਵਿਸ਼ੇਸ਼ਣ ਵੀ ਇੱਥੇ ਬਿਮਲ ਦੇ ਲੱਲੇ ਨੂੰ ਔਂਕੜ ਚਾਹੀਦੀ ਹੈਗੀ ਐਕਚੁਅਲੀ, ਕਿਉਂਕਿ ਮਲ ਸ਼ਬਦ ਜਿਹੜਾ ਆਪਣੀ ਮੌਲਿਕ ਔਂਕੜ ਹਮੇਸ਼ਾ ਨਾਲ ਲੈ ਕੇ ਆਉਂਦਾ ਹੈ। ਵਿਆਕਰਨਿਕ ਨਿਯਮਾਂ ਦੇ ਮੁਤਾਬਕ ਇੱਥੇ ਬਿਮਲ ਦੇ ਲੱਲੇ ਨੂੰ ਔਂਕੜ ਚਾਹੀਦੀ ਹੈ। ਜੰਪੋਂ ਗੁਣ ਬਿਮਲ ਸੁਜਨ ਜਨ ਕੇਰੇ, ਸੁਜਨ ਮੈਨੇ ਸ੍ਰੇਸ਼ਟ ਜਨ, ਜਿਹੜੇ ਸ੍ਰੇਸ਼ਟ ਹਨ, ਜਨ ਕੇਰੇ ਮੈਨੇ ਜਨ ਦੇ, ਅਮੇ ਅਮੇ ਮੈਨੇ ਅੰਮ੍ਰਿਤਮਈ ਨਾਮ ਜਾਕੋ ਫੁਰਿਆ। ਨਾਮ ਇੱਕ ਵਚਨ ਪੁਲਿੰਗ ਹੋਣ ਕਰਕੇ ਅੰਮ੍ਰਿਤਮਈ ਨਾਮ ਬੰਮਾ ਔਂਕੜ ਸਹਿਤ ਆ ਗਿਆ। ਜਾਕੋ ਮੈਨੇ ਜਿਸ ਨੂੰ, ਇੱਥੇ ਜਾਕੋ ਪਾਠ ਨਹੀਂ ਹੋਏਗਾ, ਜਾਕੋ ਆਏਗਾ। ਜਿਸ ਤਿਸ ਇਸ ਕਿਸ ਉਸ ਵਾਸਤੇ ਜਾ ਕਾ ਤਾ ਵਾ ਇਹਨਾਂ ਵਾਸਤੇ ਜਿਹੜਾ ਬਿੰਦੀ ਨਹੀਂ ਲੱਗੇਗੀ। ਜਦੋਂ ਜਿਸ ਤਿਸ ਇਸ ਉਸ ਵਾਸਤੇ ਅਰਥਾਂ ਵਾਸਤੇ ਇਹ ਪਾਠ ਆਉਂਦਾ ਹੈ, ਤੇ ਜਦੋਂ ਤਦੋਂ ਵਾਸਤੇ ਜਦੋਂ ਆਏਗਾ ਉਦੋਂ ਜਾਂ ਤੇ ਤਾਂ ਉਚਾਰਨ ਹੋਏਗਾ। ਜਾਕੋ ਫੁਰਿਆ ਮੈਨੇ ਜਿਸ ਨੂੰ ਫੁਰਿਆ, ਭਾਵ ਮੈਂ ਉਸ ਸ੍ਰੇਸ਼ਟ ਜਨ ਗੁਰੂ ਰਾਮਦਾਸ ਸਾਹਿਬ ਜੀ ਦੇ ਨਿਰਮਲ ਗੁਣਾਂ ਨੂੰ ਗਾਉਂਦਾ ਹਾਂ। ਜੰਪੋਂ ਗੁਣ ਬਿਮਲ ਸੁਜਨ ਜਨ ਕੇਰੇ, ਕਿਹਦੇ ਗੁਣ ਗਾਉਂਦਾ ਹਾਂ? ਅਮੇ ਨਾਮ ਜਾਕੋ ਫੁਰਿਆ, ਜਿਸ ਨੂੰ ਆਤਮਿਕ ਜੀਵਨ ਦੇਣ ਵਾਲੇ ਨਾਮ ਦਾ ਅਨੁਭਵ ਹੋਇਆ ਹੈ, ਨਾਮ ਅਨੁਭਵ ਹੋਇਆ ਹੈ, ਮੈਂ ਉਹਨੂੰ ਸਿਮਰਦਾ ਹਾਂ। ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ, ਇਸ ਸਤਿਗੁਰੂ ਪਾਤਸ਼ਾਹ ਜੀ ਨੇ, ਭਾਵ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਤਿਗੁਰ ਸੇਵ, ਗੁਰੂ ਅਮਰਦਾਸ ਸੇਵ ਕੇ, ਗੁਰੂ ਸੇਵ ਕੇ ਸ਼ਬਦ ਰਸ ਪਾਇਆ। ਸੇਵ ਦੇ ਵਾਵੇ ਨੂੰ ਸਿਹਾਰੀ ਆ ਗਈ, ਸੇਵ ਕੇ। ਸ਼ਬਦ ਦੇ ਦੱਦੇ ਨੂੰ ਔਂਕੜ ਨਹੀਂ ਆਈ, ਅੱਗੇ ਲੁਪਤ ਸੰਬੰਧਕ ਹੈਗਾ ਸ਼ਬਦ ਦਾ ਰਸ, ਸੱਸੇ ਨੂੰ ਔਂਕੜ ਆ ਗਈ। ਸ਼ਬਦ ਦਾ ਰਸ ਪਾਇਆ ਮੈਨੇ ਪ੍ਰਾਪਤ ਕਰ ਲਿਆ। ਇਸ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਸੇਵ ਕੇ, ਗੁਰੂ ਸੇਵ ਕੇ ਸ਼ਬਦ ਦਾ ਆਨੰਦ ਪ੍ਰਾਪਤ ਕੀਤਾ ਹੈ। ਨਾਮ ਨਿਰੰਜਨ ਉਰ ਧਰਿਆ, ਨਾਮ ਮੰਮੀ ਨੂੰ ਔਂਕੜ ਆ ਗਈ, ਨਿਰੰਜਨ ਦੇ ਨੰਨੇ ਨੂੰ ਔਂਕੜ ਆਈ ਨਹੀਂ, ਅੱਗੇ ਲੁਪਤ ਸੰਬੰਧਕ ਆ ਗਿਆ। ਨਿਰੰਜਨ ਦਾ ਨਾਮ, ਦਾ ਸੰਬੰਧਕ ਹੋਣ ਕਰਕੇ ਨੰਨੇ ਦੀ ਔਂਕੜ ਹਟ ਗਈ। ਨਿਰੰਜਨ ਦਾ ਨਾਮ ਭਾਵ ਪ੍ਰਭੂ ਨਿਰੰਜਨ ਜਿਹੜਾ ਮਾਇਆ ਦੀ ਕਾਲਖ ਤੋਂ ਪਰੇ ਹੈ, ਉਹਦਾ ਨਾਮ ਜਿਹੜਾ ਹੈ ਉਰ ਧਰਿਆ, ਆਪਣੇ ਹਿਰਦੇ ਵਿੱਚ ਟਿਕਾ ਲਿਆ ਹੈ। ਔਰ ਹਿਰਦਾ ਜਿਹੜਾ ਹੈ ਇਹ ਰਾਰੇ ਨੂੰ ਸਿਹਾਰੀ ਆ ਗਈ, ਅੱਗੇ ਕਰਕੇ ਅਰਥ ਬਣ ਗਿਆ ਵਿੱਚ, ਔਰ ਵਿੱਚ, ਹਿਰਦੇ ਵਿੱਚ, ਹਿਰਦੇ ਵਿੱਚ ਟਿਕਾਇਆ ਹੈ। ਭਾਵ ਇਸ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਮਰਦਾਸ ਸੇਵ ਕੇ ਸ਼ਬਦ ਦਾ ਆਨੰਦ ਪ੍ਰਾਪਤ ਕੀਤਾ ਤੇ ਨਿਰੰਜਨ ਦਾ ਨਾਮ ਹਿਰਦੇ ਵਿੱਚ ਟਿਕਾਇਆ ਹੈ। ਹਰਿ ਨਾਮ ਰਸਿਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ, ਕਵ ਕੱਲਿਆ ਠਕੁਰ ਹਰਦਾਸ ਤਨੇ, ਗੁਰੂ ਰਾਮਦਾਸ ਸਰ ਅਪਰ ਪਰੇ। ਹਰਿ ਨਾਮ ਰਸਿਕ, ਇੱਥੇ ਨਾਮ ਦੇ ਮੰਮੇ ਨੂੰ ਔਂਕੜ ਤਾਂ ਨਹੀਂ ਆਈ, ਜਾਂ ਤੇ ਨਾਮ ਬਹੁਤੇ ਨੇ ਤੇ ਜਾਂ ਫਿਰ ਅੱਗੇ ਸੰਬੰਧਕ ਹੈ, ਸੁਭਾਵਕ ਸੰਬੰਧਕ ਹੈਗਾ। ਭਾਵ ਦਾ, ਨਾਮ ਦਾ ਰਸਿਕ, ਰਸਿਕ ਦੇ ਕੱਕੇ ਨੂੰ ਔਂਕੜ ਆ ਗਈ। ਰਸੀਆ ਪ੍ਰੇਮੀ, ਇੱਕ ਵਚਨ ਪੁਲਿੰਗ ਸ਼ਬਦ ਆ ਗਿਆ ਹੈ। ਹਰ ਨਾਮ ਰਸਿਕ, ਹਰੀ ਪ੍ਰਭੂ ਦੇ ਨਾਮ ਦਾ ਰਸੀਆ। ਗੋਬਿੰਦ ਗੁਣ ਗਾਹਕ, ਇੱਥੇ ਫਿਰ ਗੋਬਿੰਦ, ਗੋਬਿੰਦ ਦੇ ਦੱਦੇ ਨੂੰ ਔਂਕੜ ਨਹੀਂ ਆਈ, ਗੁਣ ਦੇ ਰਾਣੇ ਨੂੰ ਔਂਕੜ ਨਹੀਂ ਆਈ,
ਹੁਣ ਗੁਣ ਤੇ ਹੋ ਗਏ ਬਹੁਤੇ। ਗੋਬਿੰਦ ਦੇ ਤਾਂ ਨਹੀਂ ਹੈ, ਇਹ ਸੰਬੰਧਕ ਆ ਗਿਆ। ਗੋਬਿੰਦ ਦੇ ਗੁਣਾਂ ਦਾ ਗਾਹਕ ਇੱਕ ਹੈਗਾ, ਇਸ ਕਰਕੇ ਕੱਕੇ ਨੂੰ ਔਂਕੜ ਆ ਗਈ। ਉਹ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ, ਇੱਕ ਵਚਨ ਪਲਿੰਗ ਨੇ, ਇਸ ਕਰਕੇ ਗਾਹਕ ਦੇ ਕੱਕੇ ਨੂੰ ਔਂਕੜ ਆ ਗਈ। ਗੋਬਿੰਦ ਦੇ ਗੁਣਾਂ ਦਾ ਗਾਹਕ, ਹਰੀ ਪ੍ਰਭੂ ਦੇ ਨਾਮ ਦਾ ਰਸੀਆ, ਚਾਹਕ ਤਤ, ਚਾਹਕ ਮੈਨੇ ਚਾਹਣ ਵਾਲਾ, ਤਤ ਤਤ ਦਾ, ਤਤ ਦੇ ਔਂਕੜ ਤਾਂ ਨਹੀਂ ਆਈ, ਅੱਗੇ ਦਾ ਸੰਬੰਧਕ ਆ ਗਿਆ। ਤਤ ਕੌਣ ਹੈ? ਪ੍ਰਭੂ, ਪ੍ਰਭੂ ਦਾ ਚਾਹਕ, ਚਾਹਣ ਵਾਲਾ। ਇਹ ਵੀ ਵਿਸ਼ੇਸ਼ਣ ਹੋਣ ਕਰਕੇ ਇੱਕ ਵਚਨ ਪਲਿੰਗ ਦਾ ਔਂਕੜ ਸਹਿਤ ਆ ਗਿਆ। ਇੱਥੋਂ ਇੱਕ ਵਚਨ ਦੀ ਨਿਸ਼ਾਨੀ ਪਤਾ ਲੱਗਦੀ ਹੈ। ਚਾਹਕ ਤਤ, ਹਰੀ ਪ੍ਰਭੂ ਦਾ ਚਾਹਣ ਵਾਲਾ, ਸਮਤ ਸਰੇ। ਇੱਥੇ ਪਾਠ ਸਮਤ ਨਹੀਂ ਕਰਨਾ, ਸਮਤ ਹੁੰਦਾ ਚੰਗੀ ਮੱਤ, ਤੇ ਉੱਥੇ ਤੱਤੇ ਨੂੰ ਫਿਰ ਸਿਹਾਰੀ ਵੀ ਆਉਣੀ ਚਾਹੀਦੀ ਹੈ, ਤੇ ਸੱਸੇ ਨੂੰ ਔਂਕੜ ਵੀ ਆਉਣੀ ਚਾਹੀਦੀ, ਸੁਮਤ। ਇੱਥੇ ਜਿੱਥੇ ਸੱਸਾ ਮੰਮਾ ਤੱਤਾ ਇਕੱਠੇ ਹੀ ਹੈ, ਸਮਤ ਮੈਨੇ ਬਰਾਬਰ, ਇੱਕ ਸਮਾਨ। ਸਮਤ ਸਰੇ, ਸਰੇ ਵੇਰੇ ਸਰੋਵਰ। ਭਾਵ ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ, ਹਰੀ ਪ੍ਰਭੂ ਦੇ ਨਾਮ ਦਾ ਰਸੀਆ, ਗੋਬਿੰਦ ਦੇ ਗੁਣਾਂ ਦਾ ਗਾਹਕ, ਚਾਹਕ ਤਤ, ਹਰੀ ਪ੍ਰਭੂ ਦਾ ਚਾਹਣ ਵਾਲਾ, ਸਮਤ ਸਰੇ, ਸਮ ਦ੍ਰਿਸ਼ਟਾ ਦਾ ਸਰੋਵਰ ਹੈ। ਸਮ ਦ੍ਰਿਸ਼ਟੀ ਭਾਵ ਉਹਨਾਂ ਦੀ ਨਜ਼ਰ ਸਾਰਿਆਂ ਤੇ ਬਰਾਬਰ ਹੈ, ਉਹਨਾਂ ਨੇ ਸਭ ਤੇ ਬਰਾਬਰ ਨਜ਼ਰ ਰੱਖੀ। ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਦੇ ਉੱਪਰ ਨਜ਼ਰ ਬਰਾਬਰ ਰੱਖੀ, ਪ੍ਰਿਥਵੀ ਚੰਦ ਦੇ ਉੱਪਰ ਨਜ਼ਰ ਬਰਾਬਰ ਰੱਖੀ, ਮਹਾਦੇਵ ਤੇ ਰੱਖੀ, ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਦੇ ਉੱਪਰ ਨਜ਼ਰ ਰੱਖੀ। ਨਜ਼ਰ ਤੇ ਗੁਰੂ ਦੀ ਸਮ ਸੀ, ਪਰ ਕਿਸੇ ਨੇ ਮੁਖ ਕਰਕੇ ਗੁਰੂ ਦੀ ਨਜ਼ਰ ਲੈ ਲਈ, ਤੇ ਕਿਸੇ ਨੇ ਪਿੱਠ ਕਰਕੇ ਗੁਰੂ ਦੀ ਨਜ਼ਰ ਤੋਂ ਉਹ ਵਾਂਝੇ ਰਹਿ ਗਏ। ਕਿਸੇ ਨੂੰ ਥੋੜੀ ਨਜ਼ਰ ਮਿਲ ਗਈ, ਕਿਸੇ ਨੂੰ ਜ਼ਿਆਦਾ। ਜਿਹਨੇ ਜ਼ਿਆਦਾ ਮੁਖ ਕਰ ਲਿਆ ਉਹਨੂੰ ਜ਼ਿਆਦਾ ਮਿਲ ਗਈ, ਜਿਹਨੇ ਥੋੜਾ ਮੁਖ ਕੀਤਾ ਉਹਨੂੰ ਥੋੜੀ ਮਿਲੀ, ਜਿਹਨੇ ਪਿੱਠ ਕਰ ਲਈ ਉਹਨੂੰ ਨਜ਼ਰ ਮਿਲੀ ਹੀ ਨਹੀਂ। ਭਾਵ ਗੁਰੂ ਦੀ ਨਜ਼ਰ ਸਮਤ ਹੈ, ਗੁਰੂ ਸਮਦ੍ਰਿਸ਼ਟੀ ਹੈ, ਸਮਦ੍ਰਿਸ਼ਟਾ ਦਾ ਸਰੋਵਰ ਹੈ, ਸਭ ਨੂੰ ਇੱਕ ਸਮਾਨ ਵਿਹਾਰ ਕਰਨ ਵਾਲਾ ਹੈ। ਕਵ ਕੱਲਿਆ, ਹੁਣ ਇੱਥੇ ਕੱਲੇ ਭੱਟ ਕਲ ਦਾ ਨਾਮ ਹੈਗਾ, ਕਿਉਂਕਿ ਉਹ ਕਵੀ ਹੈ, ਇਸ ਕਰਕੇ ਕਵ ਵਾਵੇ ਦੀ ਸਿਹਾਰੀ ਜਿਹੜੀ ਹੈ, ਤਤਸਮ ਸ਼ਬਦ ਆਪਣੀ ਮੌਲਿਕ ਸਿਹਾਰੀ ਨਾਲ ਲੈ ਕੇ ਆਇਆ। ਜਿਵੇਂ ਹਿੰਦੀ ਸੰਸਕ੍ਰਿਤ ਚ ਕਵ ਲਿਖਿਆ ਜਾਂਦਾ ਹੈ ਸਿਹਾਰੀ ਪਾ ਕੇ ਛੋਟੀ ਕੀ ਮਾਤਰਾ ਨਾਲ, ਐਜ਼ ਇਟ ਇਜ਼, ਇਸੇ ਤਰ੍ਹਾਂ ਹੀ ਇਹ ਕਵ ਸ਼ਬਦ ਇਦਾਂ ਹੀ ਗੁਰਬਾਣੀ ਚ ਆ ਗਿਆ। ਜੇ ਬੱਬੇ ਨਾਲ ਵੀ ਆਏਗਾ ਕਵ, ਤਾਂ ਵੀ ਬੱਬੇ ਨੂੰ ਸਿਹਾਰੀ ਆਏਗੀ, ਆਪਣੀ ਮੌਲਿਕ ਸਿਹਾਰੀ ਜਿਹੜੀ ਪਿਛਲੀ ਭਾਸ਼ਾ ਤੋਂ ਨਾਲ ਲੈ ਕੇ ਆਇਆ ਹੈ। ਕੱਲਿਆ, ਲੱਲੇ ਦੇ ਪੈਰ ਦੇ ਵਿੱਚ ਅੱਧਾ ਯਈਆ, ਕੱਲਿਆ, ਜਿੱਥੇ ਅੱਖਰ ਦੇ ਪੈਰ ਚ ਅੱਧਾ ਯਈਆ ਆ ਜਾਏ, ਉਹਦਾ ਉਚਾਰਨ ਲਗਭਗ ਇਸ ਤਰ੍ਹਾਂ ਹੁੰਦਾ ਵੈ ਕਿ ਉਸ ਅੱਖਰ ਨੂੰ ਸਿਹਾਰੀ ਲਾ ਕੇ ਅੱਗੇ ਐੜਾ ਲਾ ਦਿੱਤਾ ਜਾਂਦਾ ਹੈ, ਕੱਲਿਆ। ਕਵ ਕੱਲਿਆ ਠਕੁਰ ਹਰਦਾਸ ਤਨੇ, ਇੱਥੇ ਹਰਦਾਸ ਜਿਹੜਾ ਹੈ ਉਹ ਭਾਈ ਹਰਦਾਸ ਜੀ ਦਾ ਜ਼ਿਕਰ ਹੈ, ਭਾਵ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਦੇ ਪਿਤਾ ਜੀ ਹਰਦਾਸ ਜੀ। ਤਨੇ, ਤਨੇ ਮੈਨੇ ਉਹਨਾਂ ਦਾ ਪੁੱਤਰ। ਠਾਕੁਰ ਜਿਹੜਾ ਉਹ ਆਦਰ ਦਾ ਪਦ ਹੈਗਾ, ਸਤਿਕਾਰ ਦਾ। ਜਿਵੇਂ ਅਸੀਂ ਪ੍ਰਭੂ ਨੂੰ ਵੀ ਠਾਕੁਰ ਕਹਿੰਦੇ ਹਾਂ, ਤੂੰ ਠਾਕੁਰ, ਤੁਮ ਪੈ ਅਰਦਾਸ। ਠਾਕੁਰ ਮੈਨੇ ਤੂੰ ਮੇਰਾ ਮਾਲਿਕ ਹੈ। ਇੱਥੇ ਮਾਲਿਕ ਦੇ ਅਰਥਾਂ ਚ ਭਾਵ ਆਦਰ ਦੇ ਅਰਥਾਂ ਵਿੱਚ ਹੈ। ਜਿਹੜੇ ਸਤਿਕਾਰਯੋਗ ਨੇ ਭਾਈ ਹਰਦਾਸ ਜੀ, ਉਹਨਾਂ ਦੇ ਤਨੇ ਮੈਨੇ ਪੁੱਤਰ। ਕਵ ਕੱਲੇ ਠਕੁਰ ਹਰਦਾਸ ਤਨੇ। ਹੁਣ ਅੱਗੇ ਦੇ ਸੰਬੰਧਕੀ ਹੋਣ ਕਰਕੇ ਨਾ ਠਾਕੁਰ ਦੇ ਵਾਲੇ ਨੂੰ ਔਂਕੜ ਆਈ, ਨਾ ਹਰਦਾਸ ਤੇ ਸੱਸੇ ਨੂੰ ਔਂਕੜ ਆਈ। ਭਾਵ ਠਾਕੁਰ ਜੀ ਦੇ, ਭਾਵ ਹਰਦਾਸ ਜੀ ਦੇ, ਠਾਕੁਰ ਹਰਦਾਸ ਜੀ ਦੇ ਪੁੱਤਰ ਗੁਰੂ ਰਾਮਦਾਸ ਸਰ ਅਪਾਰ ਭਰੇ। ਇੱਥੇ ਆਦਰਵਾਚੀ ਸ਼ਬਦ ਆ ਗਿਆ। ਹੁਣ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜੇ ਨੇ ਸਰ ਅਪਰ ਭਰੇ, ਅਪਰ ਮੈਨੇ ਜਿਹੜੇ ਭਰੇ ਹੋਏ ਨਹੀਂ ਹਨ, ਭਰੇ ਮੈਨੇ ਭਰਨ ਵਾਲੇ। ਭਾਵ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਖਾਲੀ ਸਰੋਵਰਾਂ ਨੂੰ ਨਾਮ ਦੇ ਨਾਲ ਭਰਨ ਵਾਲੇ ਹਨ। ਇੱਥੇ ਇੱਕ ਗੱਲ ਮੈਂ ਥੋੜੀ ਜਿਹੀ ਹੋਰ ਦੱਸ ਦਿਆਂ, ਇਹ ਤੁਕ ਬਾਰ-ਬਾਰ ਆਏਗੀ ਇਹਨਾਂ ਸਵਈਆਂ ਵਿੱਚ। ਭੱਟ ਕਲ ਸਹਾਰ ਜੀ ਦੇ 13 ਸਵਈਏ ਨੇ ਗੁਰੂ ਰਾਮਦਾਸ ਪਾਤਸ਼ਾਹ ਦੀ ਸਿਫਤ ਦੇ ਉਚਾਰਨ ਕੀਤੇ ਹੋਏ, ਤੇ ਕੁਝ ਸਵਈਆਂ ਦੇ ਵਿੱਚ ਇਹ ਤੁਕ ਬਾਰ-ਬਾਰ ਆਏਗੀ। ਕਵ ਕੱਲੇ ਠਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਪਰ ਪਰੇ। ਠਕੁਰ ਕੋਈ ਸ਼ਬਦ ਨਹੀਂ ਹੁੰਦਾ, ਸ਼ਬਦ ਹੁੰਦਾ ਠਾਕੁਰ। ਗੁਰਬਾਣੀ ਚ ਬਹੁਤ ਥਾਵਾਂ ਤੇ ਠਾਕੁਰ ਸ਼ਬਦ ਆਇਆ। ਅਸੀਂ ਅਰਦਾਸ ਚ ਕਹਿੰਦੇ ਹਾਂ ਤੂੰ ਠਾਕੁਰ, ਤੁਮ ਪੈ ਅਰਦਾਸ। ਹੁਣ ਹੱਥ ਲਿਖਤ ਜਿਹੜੀਆਂ ਬੀੜਾਂ ਹੈਗੀਆਂ ਨੇ ਉਹਨਾਂ ਚ ਪਾਠ ਠਾਕੁਰ ਹੀ ਹੈ ਲਿਖਿਆ ਹੋਇਆ, ਠੱਠੇ ਨੂੰ ਕੰਨਾ ਲੱਗਿਆ ਹੋਇਆ ਬਕਾਇਦਾ। ਹਰਦਾਸ ਦੇ ਵੀ ਰਾਰੇ ਨੂੰ ਸਿਹਾਰੀ ਪਈ ਹੋਈ ਹੈ, ਪਰ ਪ੍ਰਿੰਟਡ ਬੀੜਾਂ ਦੇ ਵਿੱਚ ਇਹ ਉਕਾਈ ਹੈਗੀ ਸਾਡੇ ਸਾਹਮਣੇ, ਜਿੱਥੇ ਠਾਕੁਰ ਦੀ ਬਜਾਏ ਠਕੁਰ ਤੇ ਹਰਦਾਸ ਜਿਹੜਾ ਰਾਰੇ ਦੀ ਸਿਹਾਰੀ ਤੋਂ ਬਿਨਾਂ ਆਉਂਦਾ ਹੈਗਾ। ਮੈਂ ਆਪ ਜੀ ਨੂੰ ਇਹ ਦਿਖਾ ਦਿੰਦਾ ਵਾ।
ਇਹ ਆਪ ਜੀ ਦੀ ਗਿਆਤ ਦੇ ਲਈ। ਜਿਵੇਂ ਹਾਂਜੀ, एक सेकंड जी, ये जिहड़ा शब्द है ठाकुर शब्द है हथ लिखत बीड़ां दे विच, मैं इत्थे शेयर कर देना, शेयर हो नहीं रहा, हो गया जी। हाँ जी, हाँ जी, आ देखो जी, इन्हां सवैयां दी अंतली तुक विच पाठ ठकुर ते हरदास ही आउंदे हन, लेकिन अगाड़ी दसियां बीड़ां विच शब्द ठाकुर ते हरिदास लिखे हन। सो ये सोध हर थां समझनी। इहदा मतलब की होया कि जिहड़ी हथ लिखत जिन्नियां भी बीड़ां ने 5 नंबर बीड़ 8/8 21/34 जिन्नियां भी बीड़ां अगे दित्तियां ने, इन्हां सारियां हथ लिखत बीड़ां विच ठाकुर कक्के नूं औंकड़ नाल, ठट्ठे नूं कन्ने दे नाल आउंदा है ते हरिदास जिहड़ा रारे नूं सियारी दे नाल आउंदा हैगा। ये सारियां बीड़ां दा इत्थे जिक्र कीता होया इत्थे तक। नाल ही अगे पुब भी देख लिओ, पुब जिहड़ा पूरब पिछला, ਜਦੋਂ भी दिशा की गल होएगी कि पूर्व विच उदों बब्बे नूं सियारी आएगी, पश्चिम मम्मे नूं सियारी आएगी, दक्षिण राणे नूं सियारी आएगी, उत्तर विच रारे नूं सियारी आएगी। ये पिछे असीं सवैयां च कर चुके हां ते उन्हां दे विच आखिरी अखर नूं सियारी आएगी जिथे दिशा दा जिक्र आएगा, ते इत्थे पूर्व ने पिछला पास्ट इत्थे बब्बे नूं सियारी आनी चाहिए व्याकरणिक नियमां मुताबक। और हथ लिखत बीड़ां दे विच इह सियारी है, पर प्रिंटड बीड़ां दे विच इह सियारी कोनी, ते इह इत्थे असीं कह सकदे हां भी थोड़ी जी उकाई हैगी है जिहड़ी सानूं समझनी पएगी। इस करके इत्थे पाठ हथ लिखत बीड़ां विच ठाकुर भी हैगा ते हरिदास रारे नूं सियारी नाल हैगा। हाँ जी, इस तो अगे जी, कब कले ठकुर हरदास तन्ने गुरु रामदास सर अपर परे, पर ठाकुर हरदास जी दे सपुत्र गुरु रामदास पातशाह जी हिरदे रूपी खाली सरोवरां नूं नाम नाल भरन वाले हन। दूसरा सवैया इत्थों हुण शुरू है। छुटत प्रवाह अमे अमरा पद, अमृत सरोवर सद भरिया, ते पीमै संत करे मन मज्जन, पुब जिनो सेवा करिया। छुटत प्रवाह, छुटत प्रवाह मैंने, हाँ जी, ये सामने आ रहा शब्द, हाँ जी, छुटत प्रवाह, प्रवाह मैंने चश्मा, अमे अमरा पद, अमे मैंने अमृत दा, अमरा पद मैंने अमर पदवी देण वाला, अमृत सरोवर, इत्थे अमृत दे तत्ते नूं औंकड़ चाहीदी सी क्योंकि एक वचन पुलिंग है, इस करके नहीं आई क्योंकि अगे लुपत संबंधक आ गया दा। अमृत दा सरोवर सद भरिया, हमेशा ही भरिया होया है। भाव गुरु रामदास पातशाह जी अमृत दा सरोवर है जो सदा ही भरिया रहिंदा है, जिस विचों छुटत प्रवाह अमे अमरा पद, जिस विचों अटल पदवी देण वाले अमृत दे चश्मे चल रहे हैं। भाव गुरु अमरदास पातशाह दे हिरदे दे विचों, उन्हां दे मुख दे विचों बाणी दे चश्मे चल रहे हैं, जिन्हों असीं गुरबाणी दे विच भी अक्सर पढ़ते हैगे आ कि संत जिहड़ा है वो अपनी जबान तो अमृत दे झरने चरदा है। बाणी उचरे साध जन अम्यों चले झरने, भाव जदों गुरमुख जन संत जन बाणी उचारदे ने, उन्हां दे मुख तो अमृतमई झरने फुरदे हन, झरने छुटदे हन। बाणी उचरे साध जन, गुरु नूं इत्थे साधु किया क्योंकि गुरु साहब ने बाणी उचारी है। उन्हां साधां दी गल नहीं जिन्हां ने बाणी नहीं उचारी, जिन्हां ने बाणी उचारी है वो साधु हन। इत्थे गुरु साधा दा जिक्र है जिन्हां दे मुख तो अमृत दे चश्मे फुरदे हन। बाणी उचरे साध जन अम्यों चले झरने, अमृतमई झरने उन्हां दे अंदरों फुटदे हन। इस करके उन्हां नूं साधु, गुरु नूं साधु कह दिता है। सतगुर साधना सेविया हर भगत ना पाई, साधु सतगुर जे मिलै तां पाइए गुणी निधान। भाव उन्हां दे मुख तो अमृत दे चश्मे झरदे हन, भाव बाणी उचारदे हन। छुटत प्रवाह अमे अमरा पद, अटल पदवी देण वाले अमृत दे चश्मे चल रहे ने।
ਅੰਮ੍ਰਿਤ ਸਰੋਵਰ ਸਦ ਭਰਿਆ। ਗੁਰੂ ਰਾਮਦਾਸ ਪਾਤਸ਼ਾਹ ਅੰਮ੍ਰਿਤ ਦਾ ਸਰੋਵਰ ਹੈ ਜਿਹੜਾ ਹਮੇਸ਼ਾ ਭਰਿਆ ਰਹਿੰਦਾ ਹੈ। ਤੇ ਜਦੋਂ ਬਾਣੀ ਉਚਾਰਦੇ ਨੇ ਅੰਮ੍ਰਿਤ ਦੇ ਝਰਨੇ ਫੁੱਟਦੇ ਨੇ, ਉਹ ਕੌਣ ਪੀਂਦਾ ਹੈ? ਅਗਲੀ ਤੁਕ ਦੇ ਵਿੱਚ, ਤੇ ਪੀਵੇਂ ਸੰਤ ਕਰੇ ਮਨ ਮੱਜਨ, ਪੁੱਬ ਜਿਨੋਂ ਸੇਵਾ ਕਰੀਆ। ਉਸ ਅੰਮ੍ਰਿਤ ਦੇ ਝਰਨਿਆਂ ਨੂੰ, ਉਸ ਬਾਣੀ ਨੂੰ ਸੰਤ ਜਨ ਪੀਂਦੇ ਹਨ। ਤੇ ਮੈਨੇ ਉਹ ਵਾਲੇ ਜਿਹੜੇ ਚਸ਼ਮੇ ਨੇ, ਤੇ ਸੰਤ ਮੈਨੇ ਉਹ ਵਾਲੇ ਜਿਹੜੇ ਸੰਤ ਹੈਗੇ ਨੇ, ਪੀਵੇਂ ਪੀਂਦੇ ਹਨ। ਤੇ ਪੀਵੇਂ ਸੰਤ ਤੇ ਬਹੁਵਚਨ ਆ ਗਿਆ। ਉਹ ਸੰਤ ਦੇ ਤੱਤੇ ਨੂੰ ਕਿਉਂ ਕਰਨੀ ਲੱਗੀ? ਇਸ ਕਰਕੇ ਸੰਤ ਬਹੁਤੇ ਨੇ, ਭਾਵ ਉਹ ਸੰਤ ਪੀਵੇਂ ਮੈਨੇ ਪੀਂਦੇ ਹਨ, ਉਹ ਸੰਤ ਪੀਂਦੇ ਹਨ। ਕਰੈ, ਇੱਥੇ ਕਿਰਿਆ ਬਹੁਵਚਨੀ ਅਰਥ ਦੇਗੀ। ਕਰੈ ਕਰਦੇ ਹਨ। ਕੀ ਕਰਦੇ ਹਨ? ਮਨ ਮੱਜਨ। ਮਨ ਦੇ ਨੰਨੇ ਨੂੰ ਆ ਗਈ ਸਿਹਾਰੀ। ਇਹਦਾ ਮਤਲਬ ਮਨ ਵਿੱਚ, ਅੱਗੇ ਕਰਕੇ ਅਰਥ ਬਣ ਜਾਏਗਾ, ਸੰਬੰਧਕੀ ਅਰਥ ਬਣ ਜਾਏਗਾ। ਮਨ ਵਿੱਚ ਮੱਜਨ, ਨੰਨੇ ਨੂੰ ਆ ਗਈ ਔਂਕੜ, ਇਸ਼ਨਾਨ। ਮਨ ਵਿੱਚ ਇਸ਼ਨਾਨ ਕਰਦੇ ਹਨ। ਉਸ ਅੰਮ੍ਰਿਤ ਦੇ ਝਰਨਿਆਂ ਦੇ ਵਿੱਚ ਮਨ ਦੇ ਵਿੱਚ ਇਸ਼ਨਾਨ ਕਰਦੇ ਹਨ। ਉਹਨਾਂ ਅੰਮ੍ਰਿਤ ਝਰਨਿਆਂ ਨਾਲ, ਭਾਵ ਬਾਣੀ ਜਿਹੜੀ ਹੈ ਉਹਨਾਂ ਦੇ ਮਨਾਂ ਨੂੰ ਧੋ ਕੇ ਸਾਫ਼ ਕਰਦੀ ਹੈ। ਸ਼ਬਦ ਉਹਨਾਂ ਦੇ ਮਨਾਂ ਨੂੰ ਧੋ ਕੇ ਸਾਫ਼ ਕਰਦਾ ਹੈ। ਤਾਂ ਹੀ ਸਤਿਗੁਰੂ ਨੇ ਬਾਣੀ 'ਚ ਸਾਨੂੰ ਕਿਹਾ ਕਿ ਬਾਹਰ ਦੇ ਪਾਣੀ ਨਾਲ ਸਰੀਰ ਤੇ ਸਾਫ਼ ਹੋ ਜਾਏਗਾ, ਮਨ ਨਹੀਂ ਹੋਏਗਾ। ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦਾ ਸੁੱਚ, ਇੱਕ ਹੁੰਦੀ ਸਫਾਈ। ਬਾਹਰ ਦਾ ਜਿੰਨਾ ਸੰਬੰਧ ਹੈ ਸਫਾਈ ਦੇ ਨਾਲ ਹੈ, ਔਰ ਕਰਨੀ ਵੀ ਚਾਹੀਦੀ ਹੈ। ਹਾਈਜੀਨਿਕਲੀ ਸਿੱਖ ਨੂੰ ਸਾਫ਼ ਰਹਿਣਾ ਚਾਹੀਦਾ ਹੈ। ਪਰ ਬਾਹਰੋਂ ਹੱਥ ਸੁੱਚੇ ਨਹੀਂ ਕੀਤੇ ਜਾ ਸਕਦੇ। ਬਾਹਰੋਂ ਹੱਥ ਧੁੱਤੇ ਜਾ ਸਕਦੇ ਨੇ, ਸਾਫ਼ ਕੀਤੇ ਜਾ ਸਕਦੇ ਨੇ। ਬਾਹਰੋਂ ਆ ਕੇ ਸੁੱਚਾ ਨਹੀਂ ਹੋਇਆ ਜਾ ਸਕਦਾ। ਸਫਾਈ ਹੋ ਸਕਦੀ ਸਰੀਰ ਦੀ। ਸੁੱਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾ ਧੋਏ। ਪਿੰਡਾ ਧੋਣ ਵਾਲੇ ਸੁੱਚੇ ਨਹੀਂ ਹਨ, ਸਾਫ਼ ਜ਼ਰੂਰ ਨੇ। ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਮਨਾਂ 'ਚ ਪ੍ਰਭੂ, ਉਹ ਸੁੱਚੇ ਨੇ। ਇਸ ਕਰਕੇ ਜਿੰਨੇ ਮਨ ਦਾ ਇਸ਼ਨਾਨ ਕਰਾਉਣਾ ਹੈ, ਬਾਹਰ ਦਾ ਪਾਣੀ ਮਨ ਨੂੰ ਸੁੱਚਾ ਕਰ ਹੀ ਨਹੀਂ ਸਕਦਾ। ਬਲਕਿ ਜਿਹੜੇ ਮਨ ਵਿਕਾਰਾਂ ਵਿੱਚ ਮੈਲੇ ਹਨ, ਉਹ ਵਿਕਾਰੀ ਮੈਲੇ ਮਨ ਜਿਹੜੇ ਨੇ ਸ਼ਬਦ ਨਾਲ ਧੋਤੇ ਜਾਂਦੇ ਨੇ। ਸਹਿਸੇ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰ ਸਰੋਚਿਤ ਲਾਏ। ਸ਼ਬਦ ਨਾਲ ਮਨ ਨੇ ਧੋਤਾ ਜਾਣਾ ਹੈ। ਇਸ ਕਰਕੇ ਜਿਹੜਾ ਅੰਮ੍ਰਿਤ ਪ੍ਰਵਾਹ ਛੁੱਟਿਆ ਹੈ, ਗੁਰੂ ਰਾਮਦਾਸ ਪਾਤਸ਼ਾਹ ਦੀ ਜ਼ੁਬਾਨ ਤੋਂ ਬਾਣੀ ਦੇ ਝਰਨੇ ਛੁੱਟੇ ਹਨ। ਉਹਨਾਂ ਝਰਨਿਆਂ ਨੂੰ ਪੀਂਦੇ ਨੇ ਸੰਤ ਜਨ। ਤੇ ਪੀਵੇਂ ਸੰਤ, ਉਹ ਸੰਤ ਪੀਂਦੇ ਹਨ। ਤੇ ਜਦੋਂ ਪੀਂਦੇ ਹਨ, ਉਹ ਬਾਣੀ ਮਨ ਤੱਕ ਪਹੁੰਚਦੀ ਹੈ। ਕਰੈ ਮਨ ਮੱਜਨ, ਉਹ ਮਨ ਦੇ ਵਿੱਚ ਇਸ਼ਨਾਨ ਕਰਦੇ ਹਨ, ਮਨ ਨੂੰ ਧੁੰਦੇ ਹਨ। ਫਿਰ ਉਹ ਕਿਹੜੇ ਸੰਤ ਜੀ? ਤੇ ਸੰਤ ਕਿਹਾ ਨਾ, ਉਹ ਵਾਲੇ ਸੰਤ। ਕਿਹੜੇ ਸੰਤ? ਉਹਨਾਂ ਦੀ ਨਿਸ਼ਾਨੀ ਕੀ ਹੈ? ਅਗਲੀ ਤੁਕ ਵਿੱਚ ਉਹਨਾਂ ਨੇ ਨਿਸ਼ਾਨੀ ਦੱਸੀ, ਪੁੱਬ ਜਿਨੋਂ ਸੇਵਾ ਕਰੀ ਆ। ਜਿਨ੍ਹਾਂ ਨੇ ਪਹਿਲਾਂ ਗੁਰੂ ਦੀ ਸੇਵਾ ਕੀਤੀ, ਭਾਵ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਕੇ ਸਮਰਪਿਤ ਹੋ ਗਏ, ਗੁਰੂ ਹੁਕਮਾਂ ਨੂੰ ਮੰਨਣ ਲੱਗ ਪਏ। ਉਹਨਾਂ ਨੇ ਇਹ ਬਾਣੀ ਦਾ ਅੰਮ੍ਰਿਤ ਪੀਤਾ। ਉਹਨਾਂ ਨੇ ਮਨ ਨੂੰ ਸਾਫ਼ ਕੀਤਾ, ਜਿਨ੍ਹਾਂ ਨੇ ਸੇਵਾ ਕੀਤੀ। ਇੱਥੇ ਪੁੱਬ ਦੇ ਬੱਬੇ ਨੂੰ ਸਿਹਾਰੀ ਅਸੀਂ ਦੇਖ ਕੇ ਆਏ ਹਾਂ। ਪੁੱਬ ਮੈਨੇ ਪਿਛਲਾ, ਇਹਦਾ ਮਤਲਬ ਪਿਛਲਾ ਜਨਮ ਨਹੀਂ, ਸਿਰਫ ਪਿਛਲਾ, ਪਾਸਟ। ਉਹ 1 ਸੈਕਿੰਡ ਪਹਿਲਾਂ ਵੀ ਹੋ ਸਕਦਾ ਹੈ, 1 ਦਿਨ ਪਹਿਲਾਂ ਵੀ ਹੋ ਸਕਦਾ ਹੈ, 1 ਸਾਲ, 10 ਸਾਲ, 20 ਸਾਲ, ਭਾਵ ਪਿਛਲਾ, ਪਾਸਟ। ਪੁੱਬ ਪਿਛਲਾ, ਜਿਨੋਂ ਸੇਵਾ ਕਰੀਆ, ਭਾਵ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੀ ਸੇਵਾ ਕੀਤੀ, ਗੁਰੂ ਦੇ ਹੁਕਮ ਨੂੰ ਕਮਾਇਆ, ਉਹਨਾਂ ਸੰਤ ਜਨਾਂ ਨੇ ਨਾਮ ਅੰਮ੍ਰਿਤ ਨੂੰ ਪੀਤਾ। ਉਹਨਾਂ ਨੇ ਬਾਣੀ ਦੇ ਨਾਲ ਆਤਮਿਕ ਇਸ਼ਨਾਨ ਕੀਤਾ। ਤੇ ਪੀਵੇਂ ਸੰਤ, ਉਹ ਸੰਤ ਜਨ ਪੀਂਦੇ ਹਨ। ਕਰੈ ਮਨ ਮੱਜਨ, ਮਨ ਵਿੱਚ ਉਹ ਇਸ਼ਨਾਨ ਕਰਦੇ ਹਨ ਬਾਣੀ ਦਾ। ਪੁੱਬ ਜਿਹਨੂੰ ਸੇਵਾ ਕਰੀਆ, ਜਿਨ੍ਹਾਂ ਨੇ ਪਹਿਲਾਂ ਗੁਰੂ ਦੀ ਸੇਵਾ ਕੀਤੀ, ਜਿਨ੍ਹਾਂ ਨੇ ਪਹਿਲਾਂ ਗੁਰੂ ਦੇ ਹੁਕਮਾਂ ਨੂੰ ਕਮਾਇਆ। ਹੁਕਮ ਕਮਾ ਕੇ ਹੀ ਉਹ ਬਾਣੀ ਦੇ ਨਾਲ ਜੁੜ ਸਕੇ, ਬਾਣੀ 'ਚ ਇਸ਼ਨਾਨ ਕਰ ਸਕੇ। ਇੱਥੇ ਪੁੱਬ ਜਨਮ ਦੀ ਗੱਲ ਲਿਖੀ ਹੋਈ ਹੈ, ਪੂਰਬਲੇ ਜਨਮ ਦੀ, ਪਰ ਇੱਥੇ ਜਨਮ ਸ਼ਬਦ ਹੈ ਨਹੀਂ ਹੈ। ਪੁੱਬ ਮੈਨੇ ਪਿਛਲੇ, ਜਿਨ੍ਹਾਂ ਨੇ ਪਹਿਲਾਂ ਸੇਵਾ ਕੀਤੀ, ਸੇਵਾ ਕਰਕੇ ਉਹਨਾਂ ਨੂੰ ਫਲ ਕੀ ਮਿਲਿਆ? ਬਾਣੀ ਉਹਨਾਂ ਦੇ ਅੰਦਰ ਰਚ ਗਈ। ਔਰ ਇੱਥੇ ਯਾਦ ਰੱਖਿਓ, ਇੱਕ ਤੁਕ ਮੈਂ ਹੋਰ ਦੱਸ ਦਿਆਂ। ਇੱਕ ਤੁਕ ਆਂਦੀ ਹੈ ਕਿ ਗੁਰ ਸੇਵਾ ਤੇ ਭਗਤ ਕਮਾਈ, ਤਾਬੇ ਮਾਨਸ ਦੇ ਹੀ ਪਾਈ। ਜਦੋਂ ਗੁਰੂ ਦੀ ਸੇਵਾ ਤੇ ਭਗਤੀ ਕੀਤੀ, ਉਦੋਂ ਮਨੁੱਖਾਂ ਦੇ ਹੀ ਪ੍ਰਾਪਤ ਹੋਈ। ਭਾਵ ਕਿਸੇ ਪਸ਼ੂ ਨੇ, ਕਿਸੇ ਪੰਛੀ ਨੇ ਗੁਰੂ ਦੀ ਸੇਵਾ ਕੀਤੀ ਤਾਂ ਉਹ ਮਨੁੱਖਾ ਜਨਮ ਚ ਆਇਆ। ਏਦਾਂ ਹੋ ਸਕਦਾ? ਕਦੀ ਦੇਖਿਆ ਵੀ ਕੋਈ ਕੁੱਤਾ ਗੁਰਦੁਆਰੇ ਗੁਰੂ ਦੀ ਸੇਵਾ ਕਰਨ ਆਏ, ਤੁਸੀਂ ਕਰਨ ਦਿਓਗੇ? ਤੁਸੀਂ ਡੰਡਾ ਮਾਰ ਕੇ ਭਜਾ ਦਿਓਗੇ? ਕਦੀ ਦੇਖਿਆ ਕਿਸੇ ਮੱਝ ਨੇ ਚੌਂਕੜਾ ਮਾਰਿਆ ਹੋਵੇ, ਭਗਤੀ ਕਰਦੀ ਹੋਵੇ? ਇਹ ਮਨੁੱਖ ਜਦੋਂ ਤੂੰ ਗੁਰੂ ਦੀ ਸੇਵਾ ਤੇ ਭਗਤੀ ਕਰੇਗਾ, ਅਸਲ ਚ ਉਦਣ ਮਨੁੱਖ ਬਣੇਗਾ ਤੂੰ। ਗੁਰ ਸੇਵਾ ਤੇ ਭਗਤ ਕਮਾਈ, ਤਾਬੇ ਮਾਨਸ ਤੇ ਹੀ ਪਾਈ। ਫਿਰ ਮਨੁੱਖ ਹੈ।
गुरु के दर ते आके पशुओं वाली जूना मुक जाणगियां, सतगुर कै जन्मै गवन मिटाया। आवागमन पशुओं वाले मुक जाणगे, गुरु के दर ते आके मनुख बनेगा। जन्म इत्थे होना है मनुख दा, जिस करके सतगुरु पातशाह ने बाणी च स्पष्ट कह दिता, साध संग भयो जन्म प्राप्त, कर सेवा भज हर हर गुरमत। सेवा कर गुरु दी मत लै, साध संग विच तैनूं मनुखा जीवन प्राप्त हो जाएगा। इत्थे पुब मैंने पिछला, ना कि पिछला जन्म। जिन्हें पहला सेवा की, पुब मैंने पहला, जिन्हां ने सेवा की, भाव जिन्हां ने गुरु दी शरण विच आके गुरु दे हुक्म नूं कमाया, उन्हां नूं नतीजा ये मिलिया, उन्हां नूं बाणी दे चश्मे मिल गए, जिहड़े भर भर पीते बाणी नूं उन्हां ने पढ़िया जपिया और मन दे विच लिया के उन्हां बाणी नूं टिकाया ते उहदा इशनान कीता, मन नूं बाणी नाल साफ कीता। तिन भौ निवार अनभै पद दीना, शब्द मात्र ते उदर तरे। कव कल्य ठकुर हरदास तने, गुरु रामदास सर अपर परे। तिन भाव उन्हां संत जनां दा जिथे तिन जिन उन इन ते किन, ये 5 शब्दां दे आखिरी नन्ने नूं स्यारी आ जाए, उत्थे एक दी गल हुंदी है, जिसने किसने तिसने उसने इसने। पर जिथे जिन तिन इन उन किन, इन्हां 5 शब्दां दे आखिरी नन्ने नूं स्यारी ना आवे, नन्ना मुकता होवे, उत्थे बहुतियां दी गल चलदी है, उन्हां दा, तिन्हां दा, जिन्हां दा, किन्हां दा वगैरह। तिन इत्थे देखो, तिन दे नन्ने नूं औंकड़ नहीं आई, भाव बहुतियां दी गल है। उन्हां दा जो संत जन ने, उन्हां दा भौ निवार, भौ मैंने डर, निवार रारे नूं आ गई स्यारी, निवार के डर दूर करके, अनभै पद दीना। अनभै जिथे भै नहीं है, जिथे डर नहीं, निरभैता दा पद मैंने दर्जा पदवी दीना मैंने दे दिता। भाव उन्हां संत जनां दा डर दूर करके उन्हां नूं निरभैता दी पदवी दे दिती। शब्द मात्र ते उदर तरे, शब्द मात्र भाव अपना शब्द सुनांदे सार ही, अपना ज्ञान दिंदे सार ही, उन्हां गुरु दा शब्द लैंदे सार ही ते उदर तरे, ते वो जिहड़े गुरमुख जन सन उधर गए, उन्हां दा भार उतारा हो गया। कव कल्य ठकुर हरदास तने, भट्ट कवि जिहड़े ने कल सहार, वो कह रहे ने, हे कल सहार कवि। इत्थे देखो औंकड़ नहीं आई अखीर ते, कल्ले दे अखीर ते आखिरी अखर नूं, क्यों? क्योंकि संबोधन हैगा, हे कवि कल, कव कल्य ठकुर हरदास तने, भाव जिहड़े ठाकुर हरदास जी दे पुत्र हन। ठाकुर दे रारे नूं तां औंकड़ नहीं आई, हरदास दे सस्से नूं तां औंकड़ नहीं आई, क्योंकि देह संबंधक आ गया, जिन्हें औंकड़ खा लई। ठाकुर हरदास जी दे तने में पुत्र गुरु रामदास सर अपर परे। हे कल सहार कवि, ठाकुर हरदास जी दे सुपुत्र गुरु रामदास साहब जी खाली सरोवरां नूं भरन वाले हन। देखो ये तुक इत्थे दोबारा फिर आ गई। इस तो अगे आ गया जी तीजा सवैया, सतगुर मत गूढ़ विमल सत संगत, आत्म रंग चलूल भया। सतगुर मत गूढ़, सतगुरु दी इत्थे रारे नूं औंकड़ तां नहीं आई क्योंकि दी लुपत संबंधक आ गया, दी ने औंकड़ खत्म कर दी। सतगुरु की जिहड़ी मत है, मत दे तत्ते नूं स्यारी आई, क्योंकि मत जो अकल वास्ते शब्द आउंदा है, उदों अपनी मौलिक स्यारी मत नाल लेके आउंदी है। मन मत, गुरमत, जिथे भी मत अकल वास्ते आएगा शब्द, तत्ते नूं स्यारी नाल आएगा। सतगुर मत भाव सतगुरु जी की मत, सतगुरु जी की बुद्धि, सतगुरु जी की अकल गूढ़ मैंने बहुत डूंगी है। विमल सतसंगत, विमल मैंने मैल तो रहत, सतसंगत उन्हां दी जिहड़ी सतसंगत वो भी निर्मल है, उन्हां दी जिहड़ी सतसंगत है वो भी निर्मल विमल मैंने मैल तो रहत है। आत्म रंग चलूल पया, आत्म दे मैनू औंकड़ आ गई। आत्म उन्हां दा जिहड़ा आत्म है, उन्हां दा जिहड़ा आपा है, उन्हां दा आपा याद रखियो। आत्मा शब्द लगभग 12 बार गुरबाणी च आया, जिहदे विच रब दे अर्थां विच आया, दूजा मन दे अर्थां विच आया, तीजा जीवां दे अर्थां विच आया, चौथा
आपे दे अर्थां विच आया आपा। इत्थे आत्म मम्मी नूं औंकड़ आ गई, भाव आपा उन्हां दा जिहड़ा आपा है रंग चलूल पिया। रंग दे गगे नूं आ गई स्यारी, रंग विच, रंग दा इत्थे अर्थ है प्यार, प्यार विच चलूल पिया, चलूल गूढ़े रंग वाला। इत्थे लल्ले नूं फिर औंकड़ आ गई, भाव गूढ़े रंग वाला पिया मैंने हो गया। गुरु रामदास पातशाह जी की मत बड़ी डूंगी है, उन्हां दी निर्मल सत्संगत है, ते आप दा आपा जिहड़ा है ना हरि दे प्यार विच गूढ़ा रंग विच रंगिया गया, गूढ़े रंग वाला हो गया, भाव पक्का हो गया। जिवें मजीठ दा रंग गूढ़ा हुंदा है उदां हो गया। मजीठ दा रंग एक बारी कपड़े ते चढ़ जाए, कपड़े नूं धोई जाओ वो फट जाएगा, धागा धागा हो जाएगा, लीरो लीर हो जाएगा, पर उहदा रंग नहीं उतरेगा। जिन्हां नूं प्रभु दे नाम दा रंग चढ़ जांदा है, उन्हां दे शरीर दे चोले फट जांदे ने, चमड़ी दे चोले धागा धागा हो जांदे ने, उन्हां दा नाम दा रंग उतरदा नहीं है। काया कापर चीर बहु फारे, हर रंग नाल है सुभागा। काया दा कपड़ा फट जांदा है पर नाम दा रंग उतरदा नहीं है। ਉਹ वाला रंग गूढ़ा रंग चढ़ गया, आत्म रंग चलूल पिया, उन्हां दा आपा हरि दे रंग विच गूढ़ा हो गया, रब दे प्यार विच गूढ़ा हो गया। जागिया मन कवल सहज प्रकाशिया, अपै निरंजन करे लहा। जागिया मन, उन्हां दा मन जाग गया। हुण देखो गग्गे दे पैर विच अद्धा यया आ गया, इहदा उचारण किवें करना है? जिस अखर दे पैर विच अद्धा यया होवे, उस अखर नूं सिहारी लगा के अगे ऐड़ा लगा दिता जांदा है। हुण देखो जज्जे नूं कन्ना ते है ही, गग्गे नूं लग गई सिहारी, अगे लग गया ऐड़ा, ते कन्ना लग गया ऐड़े नूं, ये बन गया जागिया। जागिया मन कवल सहज प्रकाशिया, कवल दे लले नूं आ गई औंकड़, कवल सहज, सहज जज्जे नूं आ गई सिहारी, सहज विच कौल फुल जिहड़ा आत्मक अडोलता दे विच प्रकाशिया मैंने प्रकाशमान हो गया, खिड़ गया। इत्थे प्रकाशिया दे भी सस्से दे पैर च अद्धा यया है, इहदा उचारण करने ते सस्से नूं ला दो सिहारी, अगे ला दो ऐड़ा, ते कन्ना ऐड़े नूं लग जाएगा प्रकाशिया, प्रकाशमान हो गया। जागिया मन, मन जागिया होया है, कवल सहज प्रकाशिया, उन्हां दा हिरदा कौल फुल जिहड़ा वै हिरदा आत्मक अडोलता विच सहज विच खिड़ गया है। अपै निरंजन घरै लहा, अपै जिथे भै नहीं है, डर नहीं है, निरभौ निरंजन जिहड़ा माया दी कालख तो परे है, निरंजन दे नन्ने नूं औंकड़ आ गई, इत्थे रब दा विशेषण हैगा, ओ निरभौ निरंजन प्रभु घरै लहा, घर विच ही लभ गया। घरै मैंने घर विच ही, लहा मैंने लभ गया। भाव गुरु रामदास पातशाह जी का मन जागिया होया है, उन्हां दे हिरदे विच कौल फुल जिहड़ा सहज विच अडोलता विच खिड़िया होया है, ते उन्हां ने निरभौ प्रभु नूं, निरंजन प्रभु नूं हिरदे विच ही लभ लिया है। भाव रब नूं बाहर किते जाके लभण दी लोड़ नहीं पई। दुनिया का सब तो वड्डा भुलेखा है रब दी खोज करनी। रब दा खोजी बड़े भुलेखे च जींदा है, रब दी खोज कर रहा है, वो सब तो वड्डे भुलेखे च जी रहा है। सब तो वड्डा भरम है रब दी खोज, क्योंकि रब नूं खोजीए तां जे गवाचा होवे किते, वो तो गवाचा ही नहीं है। वो तो रब दी खोज तो इस तरह मानो जिवें कोई अन्ना मनुख सूरज दी खोज करन लग जाए कि मैं सूरज लभा किथे है, वो देखेगा भी लुधियाने च सूरज नहीं नजर आ रहा, हो सकता है पटियाले च होवे, अमृतसर होवे, वो उत्थे भी जाएगा, उन्हें उत्थे भी नजर नहीं आएगा। सोचेगा शायद इंडिया च सूरज नहीं हुंदा, चलो मैं कैनेडा अमेरिका जाके लभ लैना वा। अन्ना मनुख कैनेडा अमेरिका भी आएगा, उन्हें उत्थे भी सूरज नहीं लभेगा। क्यों? क्योंकि अन्ना मनुख सूरज नूं लभ रहा है, वो सूरज दी ते खोज कर रहा है, पर अपनी अखां दी विचार नहीं कर रहा कि शायद मेरे कोल अखां ना होण। सूरज तो इंडिया विच भी है, अमेरिका विच भी है, हर थां ते है सूरज। रब दी खोज करने वाला खोजी सब तो बड़ा भुलेखे च है, जिहड़ा रब दी खोज कर रहा है। तां ही सतगुरु पातशाह ने कहा भी तू रब दी खोज ना कर, तू अपनी अखां नूं देख, तेरे कोल अखां हन, वो ते हर थां ते ही है। क्यों खोजदा फिरदा है? काहे रे बन खोजन जाई, क्यों खोजदा है? सर्ब निवासी उत्थे सारियां थावां ते वसिया होया, सदा लेपा तो ही संग समाई, तेरे अंदर भी हैगा। जिन्हों बाबा फरीद जी ने कहा क्यों रब ढूंढदा पिया, ना ढूंढ फरीदा, जंगल जंगल क्या पवै, वन कंडा मोड़े, वसी रब हियाली है। जंगल क्या ढूंढे,
ਕਿਉਂ ਜੰਗਲ ਚ ਢੂੰਡਦਾ? ਉਹ ਤੇ ਤੇਰੇ ਅੰਦਰ ਹੀ ਵਸ ਰਿਹਾ। ਵਸੀ ਰੱਬ ਹਿਆਲੀ ਹੈ, ਹਿਆਲੇ ਦੇ ਵਿੱਚ, ਹਿਰਦੇ ਵਿੱਚ ਹੀ ਰੱਬ ਵਸ ਰਿਹਾ ਹੈ। ਹੁਣ ਰੱਬ ਬਾਹਰੋਂ ਖੋਜਣਾ ਨਹੀਂ ਪਿਆ, ਅੰਦਰੋਂ ਹੀ ਲੱਭ ਗਿਆ। ਅਭੈ ਨਿਰੰਜਨ ਘਰੈ ਲਾਹਾ। ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਨਿਰਭਉ ਹਰੀ ਪ੍ਰਭੂ ਹਿਰਦੇ ਵਿੱਚ ਹੀ ਲੱਭ ਪਿਆ ਹੈ। ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ, ਤਿਸ ਪ੍ਰਸਾਦ ਵਸ ਪੰਚ ਕਰੇ। ਕਲਯ ਠਕੁਰ ਹਰਦਾਸ ਤਨੇ, ਗੁਰੂ ਰਾਮਦਾਸ ਸਰ ਭਰ ਭਰੇ। ਸਤਿਗੁਰ ਦੇ ਰਾਰੇ ਨੂੰ ਆ ਗਈ ਸਿਆਰੀ, ਸਤਿਗੁਰੂ ਨੇ। ਦਿਆਲ ਦੇ ਵੀ ਲੱਲੇ ਨੂੰ ਆ ਗਈ ਸਿਆਰੀ, ਦਿਆਲ ਸਤਿਗੁਰੂ ਨੇ। ਦਿਆਲ ਨੇ, ਸਤਿਗੁਰੂ ਨੇ, ਭਾਵ ਜਿਹੜੇ ਦਿਆਲੂ ਸਤਿਗੁਰੂ ਨੇ ਉਹਨਾਂ ਨੇ। ਉਹ ਕਿਹੜੇ ਨੇ? ਗੁਰੂ ਅਮਰਦਾਸ ਪਾਤਸ਼ਾਹ। ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਨੂੰ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਹੀ ਨਾਮ ਦ੍ਰਿੜ ਕਰਾਇਆ ਸੀ। ਜਦੋਂ ਭਾਈ ਜੇਠਾ ਜੀ ਦੇ ਰੂਪ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਸਨ। ਤੇ ਇਸੇ ਕਰਕੇ ਭੱਟਾ ਨੇ ਇਹ ਲਿਖ ਦਿੱਤਾ, ਇੱਥੇ ਬਚਨ ਕਰ ਦਿੱਤਾ, ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ। ਦਿਆਲੂ ਗੁਰੂ ਅਮਰਦਾਸ ਸਤਿਗੁਰੂ ਜੀ ਨੇ ਹਰੀ ਨਾਮ, ਪ੍ਰਭੂ ਦਾ ਨਾਮ ਦ੍ਰਿੜ ਕਰਾ ਦਿੱਤਾ, ਪੱਕਾ ਕਰਾ ਦਿੱਤਾ। ਦ੍ਰਿੜਾਇਆ ਮੈਨੇ ਪੱਕਾ ਕਰ ਦੇਣਾ, ਰਟਾਇਆ ਨਹੀਂ ਇੱਥੇ ਪਾਠ, ਦ੍ਰਿੜਾਇਆ ਮੈਨੇ ਪੱਕਾ ਕਰ ਦਿੱਤਾ। ਤੇ ਉਹਦੇ ਨਾਲ ਕੀ ਹੋਇਆ? ਤਿਸ ਪ੍ਰਸਾਦ, ਉਸ ਨਾਮ ਦੀ ਕਿਰਪਾ ਨਾਲ। ਤਿਸ ਦੇ ਸੱਸੇ ਨੂੰ ਆ ਗਈ ਔਂਕੜ, ਭਾਵ ਉਸ ਦੀ ਪ੍ਰਸਾਦ ਦੇ ਨੂੰ ਆ ਗਈ ਸਿਆਰੀ। ਪ੍ਰਸਾਦ ਨਾਲ, ਪ੍ਰਸਾਦ ਦੁਆਰਾ, ਪ੍ਰਸਾਦ ਰਾਹੀਂ। ਜਦੋਂ ਨਾਲ ਸ਼ਬਦ ਆਏ, ਚਾਹੇ ਨਾਲ ਲਿਖ ਲਓ, ਚਾਹੇ ਰਾਹੀਂ ਲਿਖ ਲਓ, ਚਾਹੇ ਦੁਆਰਾ ਲਿਖ ਲਓ, ਇੱਕੋ ਗੱਲ ਹੈ, ਤਿੰਨਾਂ ਦੇ ਅਰਥ ਇੱਕੋ ਹੀ ਨੇ। ਪ੍ਰਸਾਦ ਰਾਹੀਂ, ਪ੍ਰਸਾਦ ਨਾਲ, ਪ੍ਰਸਾਦ ਦੁਆਰਾ, ਇੱਕੋ ਹੀ ਅਰਥ ਨੇ। ਭਾਵ ਉਸ ਨਾਮ ਦੀ ਕਿਰਪਾ ਦੇ ਨਾਲ, ਨਾਮ ਦੇ ਪ੍ਰਸਾਦ ਦੇ ਨਾਲ ਵਸ ਪੰਚ ਕਰੇ। ਵਸ ਤੇ ਸੱਸੇ ਨੂੰ ਆ ਗਈ ਸਿਆਰੀ, ਵਸ ਵਿੱਚ ਕਰੇ ਮੈਨੇ ਕਰ ਲਏ। ਕੀ ਵਸ ਵਿੱਚ ਕਰ ਲਏ? ਪੰਚ, ਚੱਚੇ ਨੂੰ ਔਂਕੜ ਨਹੀਂ ਆਈ। ਵੈਸੇ ਵੀ ਪੰਜ ਸ਼ਬਦ ਜਿਹੜਾ ਗਿਣਤੀ ਦਾ ਉਹ ਚੱਚੇ ਨੂੰ ਸਿਆਰੀ ਨਾਲ ਆ ਜਾਂਦਾ ਹੁੰਦਾ, ਪਰ ਇੱਥੇ ਪੰਜ ਦੀ ਗੱਲ ਹੈਗੀ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪੰਜ ਸ਼ਬਦ ਜਿਹੜਾ ਗੁਰਬਾਣੀ ਚੋਂ ਜੱਜੇ ਨੂੰ ਸਿਆਰੀ ਦੇ ਨਾਲ ਤੁਹਾਨੂੰ ਪ੍ਰਾਪਤ ਹੋਏਗਾ। ਪਰ ਇੱਥੇ ਪੰਜ ਹੈਗੇ ਨੇ, ਪੰਜਾਂ ਦੀ ਗੱਲ ਚੱਲ ਰਹੀ। ਕਾਮ, ਕ੍ਰੋਧ ਆਦਿਕ ਵਿਕਾਰ ਵਸ ਪੰਚ ਕਰੇ। ਭਾਵ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕੀ ਕੀਤਾ? ਉਸ ਨਾਮ ਦੀ ਬਰਕਤ ਦੇ ਨਾਲ, ਨਾਮ ਦੀ ਕਿਰਪਾ ਦੇ ਨਾਲ ਕਾਮ ਆਦਿਕ ਪੰਜਾਂ ਵਿਕਾਰਾਂ ਨੂੰ ਵਸ ਵਿੱਚ ਕਰ ਲਿਆ। ਵਿਕਾਰ ਮਾਰਨੇ ਨਹੀਂ ਹਨ, ਵਸ ਵਿੱਚ ਕਰਨੇ ਨੇ, ਕਾਬੂ ਚ ਕਰਨੇ ਨੇ। ਇਹਨਾਂ ਨੂੰ ਮਾਰਨਾ ਥੋੜੀ ਹੈ, ਇਹਨਾਂ ਤੋਂ ਬਿਨਾਂ ਫਿਰ ਜ਼ਿੰਦਗੀ ਨਹੀਂ ਸੰਭਵ ਹੋਏਗੀ। ਇਸੇ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵੀ ਕਹਿ ਦਿੱਤਾ, ਮੈਂ ਇਹਨਾਂ ਪੰਜਾਂ ਭਲਵਾਨਾਂ ਨੂੰ ਮਾਰਿਆ ਨਹੀਂ, ਵਸ ਚ ਕਰ ਲਿਆ। ਨੇਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਖੰਡ ਜੀਓ। ਨੇਤੇ ਮੈਨੇ ਨੱਥ ਪਾ ਲਈ, ਨੱਥ ਲਏ, ਕਾਬੂ ਚ ਕਰ ਲਏ। ਉਹ ਜਿਹੜੇ ਪੰਜ ਜਵਾਨ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹ ਕਾਬੂ ਚ ਕੀਤੇ, ਮਾਰਿਆ ਨਹੀਂ ਇਹਨਾਂ ਨੂੰ। ਕਾਮ ਨੂੰ ਮਾਰ ਲਵਾਂਗੇ ਤੇ ਗ੍ਰਸਤ ਕਿਵੇਂ ਚੱਲੇਗਾ? ਇਹਨਾਂ ਨੂੰ ਕਾਬੂ ਚ ਕਰ ਲਿਆ, ਗ੍ਰਸਤ ਦੇ ਵਿੱਚ ਇਹਨਾਂ ਨੂੰ ਵਰਤ ਲਿਆ। ਕ੍ਰੋਧ ਨੂੰ ਮਾਰ ਲਵਾਂਗੇ ਤੇ ਵੀਰ ਰਸ ਕਿੱਥੋਂ ਆਏਗਾ? ਜਣਾ ਖਣਾ ਕੇ ਪੱਗ ਲਾ ਕੇ ਲੈ ਜਾਏਗਾ, ਕੋਈ ਪੋਥੀ ਖੋ ਕੇ ਲੈ ਜਾਏਗਾ, ਫਿਰ ਕੀ ਕਰਾਂਗੇ? ਕ੍ਰੋਧ ਨੂੰ ਮਾਰਨਾ ਨਹੀਂ ਹੈ, ਵਸ ਵਿੱਚ ਕਰਨਾ। ਵੀਰ ਰਸ, ਵੀਰ ਰਸ ਵਿੱਚ ਇਹਨੂੰ ਬਦਲ ਦੇਣਾ ਹੈ, ਵਸ ਚ ਕਰਕੇ ਦੀ ਵਰਤੋਂ ਕਰਨੀ ਹੈ ਜ਼ੁਲਮ ਦੇ ਖਿਲਾਫ। ਲੋਭ ਨੂੰ ਮਾਰਨਾ ਨਹੀਂ ਹੈ, ਲੋਭ ਨੂੰ ਬਦਲ ਦੇਣਾ ਹੈ। ਮਾਇਆ ਦੀ ਥਾਂ ਤੇ ਪ੍ਰਭੂ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਮਨ ਲੋਭੀ ਹੈ ਰੱਬ ਦੇ ਨਾਮ ਦੇ ਚਰਨਾਂ ਦੇ ਵਿੱਚ। ਲੋਭ ਨੂੰ ਕਨਵਰਟ ਕਰ ਲਿਆ। ਮੋਹ ਨੂੰ ਮਾਰਨਾ ਨਹੀਂ ਹੈ, ਮੋਹ ਨੂੰ ਪ੍ਰੇਮ ਚ ਬਦਲ ਲੈਣਾ ਹੈ। ਪਹਿਲਾਂ ਮੋਹ ਸੀ ਆਪਣਾ, ਮੇਰਾ ਪੁੱਤਰ, ਗਵਾਂਢੀ ਦਾ ਪੁੱਤਰ ਫੇਲ ਹੋ ਜਾਏ, ਬਿਮਾਰ ਹੋ ਜਾਏ। ਹੁਣ ਮੋਹ ਪ੍ਰੇਮ ਚ ਕਨਵਰਟ ਹੋ ਗਿਆ, ਮੇਰਾ ਪੁੱਤਰ ਵੀ ਚੜ੍ਹਦੀ ਕਲਾ ਚ ਰਹੇ ਤੇ ਗਵਾਂਢੀ ਦਾ ਪੁੱਤਰ ਵੀ ਚੜ੍ਹਦੀ ਕਲਾ ਚ ਰਹੇ। ਉਹ ਪ੍ਰੇਮ ਦੇ ਰੂਪ ਚ ਬਦਲ ਗਿਆ। ਹੰਕਾਰ ਮਾਰਨਾ ਥੋੜੀ ਹੈ, ਇਹਨੂੰ ਸਵੈ ਮਾਣ ਵਿੱਚ ਲੈ ਕੇ ਆਣਾ ਹੈ, ਅਣਖ ਵਿੱਚ ਲੈ ਕੇ ਆਣਾ ਹੈ ਕਿ ਦੁਨੀਆ ਤੇ ਮੇਰਾ ਸਵੈ ਮਾਣ ਹੋਵੇ। गर जिंदा हो तो जिंदा नजर आना जरूरी है, गर सूलों पर आंच आ जाए तो टकराना जरूरी है, गर जिंदा हो तो जिंदा नजर आना जरूरी है। ये हंकार है। हों तो बिना रीढ़ दी हड्डी भी नहीं बनती, भाव हों तो बिना उत्पत्ति नहीं, होंद नहीं। ये हंकार जिहड़ा इहनूं स्वै मान विच बदल लेना है, जिन्हों गुरबाणी ने कहा तुद उपर मेरा बहु माणा, तू है मेरा ताना राम। मान है ना ये, सज्जन तू है सैन तू, मैं तुद ऊपर बहु माणिया। मान है ना ये। उस हंकार नूं स्वै मान विच बदल लेना है। स्वै मान विच जदों असीं जीने आ, अणख गैरत दे नाल असीं सिर उच्चा करके दुनिया च तुरदे हां। इस करके सतगुरु पातशाह ने इहनूं वस च करने कहा, पंजां विकारां नूं
नेते पंज जवान मैं वस च कीते, तिस प्रसाद वस पंच करे। उस नाम की कृपा नाल मैं पंजा विकारां नूं वस च कर लिया, अपने अधीन करके इन्हां दी वरतों कीती। कव कल्ले ठकुर हरदास तने, हे कल कवि। ठाकुर हरदास जी दे जिहड़े पुत्र हन, ठाकुर हरदास तने गुरु रामदास सर अपर परे। ओ गुरु रामदास जी खाली सरੋਵਰਾਂ ਨੂੰ नाम अमृत नाल भरन वाले हन। इत्थे तक 3 साडे सवैये हो गए। चौथा सवैया, अनभव उन्मान अकल लिव लागी, पारस भेटिया सहज करे। अनभव, अनभव मैंने अनुभव, अनुभव मैंने साडा ज्ञान। 3 तरीकों का ज्ञान हुंदा है। जो असीं बाणी पढ़ते हैं, एक तो अखरी अर्थ असीं करते हैं, वो अखरी ज्ञान आ गया साडा। दूजा असीं भावार्थ करते हैं, वो भावार्थ वाला ज्ञान आ गया। एक अनुभव ज्ञान है, अनुभव अर्थ। अनुभव अर्थ किहड़े ने? उस चीज़ नूं प्रैक्टिकल जीवना, वो साडा अनुभव बन जाता है। कि गुरु ने कहा सी कि हक पराया नानका उस सूर उस गाए, गुर पीर हामा तां भरै जा मुरदार न खाए। मैं दे अखरी अर्थ कर ले भी गरीब का हक नहीं मारना, किसी का हक नहीं मारना। भावार्थ पढ़ ले भी किसी का हक नहीं मारना। हुण अनुभव अर्थ कदों होणगे? अनुभव कदों होएगा? इत्थे साधा जोगियां जतियां वाला अनुभव नहीं कि उन्होंने कल्पना की एक दुनिया नजर आने लग जाती जिहड़ी खाली कुछ भी नहीं है, काल्पनिक दुनिया दिसन लग जाती। वो अनुभव नहीं। अनुभव मैंने मेरा तजर्बा, मेरा एक्सपीरियंस। जो मैं दुकान पर बैठ के किसी गरीब का हक मारन लग्या, मेरे गुरु का शब्द मैनूं याद आ गया कि हक पराया नानका उसूर उस गाए। मैं हाथ पिछे खिंच ले, मैं सही सौदा दे के उन्हें तुरिया, ते वो जिहड़ा मेरा अनुभव है ना, वो जिहड़ा मेरा आनंद है, वो मेरा अनुभव एक्सपीरियंस, उस अनुभव की गल है। बाणी अनुभव दिंदी है सानू, उदों दिंदी है जदों असीं बाणी नूं प्रैक्टिकल जिंदगी च जिउने आ। कि गुरु ने कहा सी बोलिए सच धर्म झूठ ना बोलिए। झूठ बोलन लग्या एकदम याद आ गया, मैं सच बोल दिता। सच बोल के जिहड़ा मेरा अनुभव होया ना, वो मेरा गुरबाणी का अनुभव है, वो मेरा तजर्बा है, मेरा एक्सपीरियंस है, जिहड़ा मैं बाणी नूं जीविया है। अनुभव उन्मान, उन्मान मैंने विचार दे राही। अकल इत्थे नन्ने नूं सियारी तां आई दी राही, उन्मान दी राही विचार द्वारा। अकल लिव लागी, अकल मैंने जिहड़ा खंडित ना होवे, लगातार एक रस कंटीन्यूसली, भाव एक रस व्यापक प्रभु लिव लागी, ਉਹਦੇ ਵਿੱਚ मेरी लिव जुड़ गई। लिव क्योंकि स्त्रीलिंग शब्द है, इस करके वावे ਨੂੰ ਔਕੜ नहीं आएगी। मेरी उस एक रस प्रभु ਵਿੱਚ लिव जुड़ गई। ਇਹਦਾ मतलब ਹੁਣ ਇੱਥੇ ਗੁਰੂ ਰਾਮਦਾਸ ਪਾਤਸ਼ਾਹ जी ਦਾ ਜ਼ਿਕਰ ਕਰ ਰਹੇ ਨੇ ਪਟ। ਅਨੁਭਵ ਉਨਮਾਨ ਗੁਰੂ ਰਾਮਦਾਸ ਪਾਤਸ਼ਾਹ जी ਨੂੰ ਗੁਰਬਾਣੀ ਦੇ ਵਿਚਾਰ ਦੁਆਰਾ ਜਿਹੜਾ ਗਿਆਨ ਅਨੁਭਵ ਪ੍ਰਾਪਤ ਹੋਇਆ, ਜ਼ਿੰਦਗੀ ਦਾ ਤਜਰਬਾ ਜਿਹੜਾ ਉਹਨਾਂ ਦਾ ਹੋਇਆ। ਅਕਲ ਲਿਵ ਲਾਗੀ, ਇੱਕ ਰਸ ਪ੍ਰਭੂ ਨਾਲ ਉਹਨਾਂ ਦੀ ਬਿਰਤੀ ਜੁੜੀ ਹੋਈ ਹੈ। ਪਾਰਸ ਭੇਟਿਆ, ਉਹਨਾਂ ਨੂੰ ਪਾਰਸ ਮਿਲ ਗਿਆ। ਪਾਰਸ ਦੇ ਸੱਸੇ ਰੋ ਆ ਗਈ ਔਂਕੜ, ਇੱਕ ਵਚਨ ਪੁਲਿੰਗ ਸ਼ਬਦ ਹੈ ਪਾਰਸ। ਹੁਣ ਪਾਰਸ ਇੱਕ ਪੱਥਰ ਮੰਨਿਆ ਗਿਆ ਹੈ ਜਿਹੜਾ ਲੋਹੇ ਤਾਂਬੇ 8 ਧਾਤਾਂ ਚੋਂ ਕਿਸੇ ਨੂੰ ਵੀ ਛੋਹ ਦਿਓ ਉਹ ਸੋਨਾ ਬਣ ਜਾਂਦੀਆਂ ਨੇ। ਹੁਣ ਇਹੋ ਜਿਹਾ ਪੱਥਰ ਤੇ ਦੁਨੀਆ 'ਚ ਕੋਈ ਨਹੀਂ ਹੈ, ਪਰ ਸਤਿਗੁਰੂ ਪਾਤਸ਼ਾਹ ਨੇ ਉਦਾਹਰਨ ਵਰਤ ਲਈ, ਮੁਹਾਵਰਾ ਵਰਤ ਲਿਆ। ਪੁਰਾਣਿਕ ਗ੍ਰੰਥਾਂ ਵਿੱਚ ਇਹ ਸਵਰਗ ਦਾ ਇੱਕ ਪੱਥਰ ਮੰਨਿਆ ਗਿਆ। ਪੁਰਾਣਿਕ ਗ੍ਰੰਥਾਂ ਵਿੱਚ ਕਾਲਪਨਿਕ ਦੁਨੀਆ ਦੇ ਵਿੱਚ ਇੱਕ ਮਿਥਿਹਾਸਕ ਪੱਥਰ ਮੰਨਿਆ ਗਿਆ ਜਿਹੜਾ ਸੋਨਾ ਕਰ ਦਿੰਦਾ। ਇਹਦਾ ਸੰਸਾਰ ਦੇ ਵਿੱਚ ਇਹਦੀ ਐਗਜ਼ਿਸਟੈਂਸ ਨਹੀਂ ਹੈ, ਇਹਦੀ ਹੋਂਦ ਬਿਲਕੁਲ ਨਹੀਂ ਹੈ। ਪਰ ਜਦੋਂ ਗੁਰਬਾਣੀ 'ਚ ਪਾਰਸ ਆਇਆ, ਸਤਿਗੁਰੂ ਨੇ ਇਹਨੂੰ ਆਪਣੇ ਅਰਥ ਦੇ ਦਿੱਤੇ। ਸਾਡੇ ਲਈ ਪਾਰਸ ਉਹ ਪਤਾ ਨਹੀਂ ਹੈ ਕਿ ਨਹੀਂ ਹੈ, ਪਰ ਸਾਡਾ ਪਾਰਸ ਜ਼ਰੂਰ ਹੈ। ਸਾਡਾ ਪਾਰਸ ਹੈ ਗੁਰੂ। ਜਦੋਂ ਮੇਰੇ ਵਰਗਾ ਲੋਹਾ ਛੋ ਜਾਂਦਾ ਨਾ ਗੁਰੂ ਨੂੰ, ਤੇ ਗੁਰੂ ਮੈਨੂੰ ਵੀ ਸੋਨੇ ਵਰਗਾ ਕੀਮਤੀ ਕਰ ਦਿੰਦਾ ਹੈ। ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਸਾਡੇ ਲਈ ਸਾਡਾ ਗੁਰੂ ਪਾਰਸ ਹੈ, ਹੋਰ ਕੋਈ ਪਾਰਸ ਨਹੀਂ। ਪਾਰਸ ਭੇਟਿਆ ਮੈਨੇ ਗੁਰੂ ਅਮਰਦਾਸ ਪਾਤਸ਼ਾਹ ਪਾਰਸ ਰੂਪ ਚ ਮਿਲ ਗਏ। ਸਹਿਜ ਘਰੇ, ਇੱਥੇ ਸਹਿਜ ਘਰੇ ਭਾਵ ਸਹਿਜ ਅਵਸਥਾ ਦੇ ਵਿੱਚ ਪਹੁੰਚ ਗਏ। ਸ਼ਾਂਤੀ ਦੇ, ਸਹਿਜ ਦੇ ਜੱਜੇ ਨੂੰ ਤਾਂ ਔਂਕੜ ਨਹੀਂ ਆਈ, ਦੇ ਸੰਬੰਧਕ ਆ ਗਿਆ। ਘਰੇ ਮੈਨੇ ਘਰ ਵਿੱਚ, ਸ਼ਾਂਤੀ ਦੇ ਘਰ ਵਿੱਚ, ਅਡੋਲਤਾ ਦੇ ਘਰ ਵਿੱਚ ਟਿਕ ਗਏ, ਜਿਸ ਦੀ ਬਰਕਤ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਅਡੋਲਤਾ ਦੀ ਅਵਸਥਾ 'ਚ ਆ ਗਏ। ਸਤਿਗੁਰ ਪ੍ਰਸਾਦ ਪਰਮ ਪਦ ਪਾਇਆ। ਸਤਿਗੁਰ ਦੇ ਰਾਰੇ ਨੂੰ ਔਂਕੜ ਤਾਂ ਨਹੀਂ ਆਈ, ਸਤਿਗੁਰੂ ਦੇ ਲੁਪਤ ਸੰਬੰਧਕ ਆ ਗਿਆ। ਪ੍ਰਸਾਦ ਦੇ ਦੱਦੇ ਨੂੰ ਤਾਂ ਸਿਆਰੀ ਆ ਗਈ, ਪ੍ਰਸਾਦ ਨਾਲ।
ਗੁਰੂ ਦੇ ਪ੍ਰਸਾਦ ਨਾਲ, ਸਤਿਗੁਰੂ ਦੇ ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ ਪਰਮ ਪਦ ਪਾਇਆ। ਪਦ ਦੇ ਦੱਦੇ ਨੂੰ ਔਂਕੜ ਆ ਗਈ, ਦਰਜਾ, परम अवस्था मिल गई, उच्चा दर्जा प्राप्त हो गया। पाया मैंने प्राप्त हो गया। भगत पाए भंडार भरे, भगत दे तत्ते नूं सियारी आई। ਇਹਦਾ मतलब ये अपनी मौलिक सियारी नाल लेके आया स्त्रीलिंग शब्द भगती। बहुत सारे स्त्रीलिंग शब्द ऐसे मिलणगे ਜਿਹੜੀ अपनी मौलिक सियारी नाल लेके आउंदे ने, ਉਹ तत्सम शब्द ਹੁੰਦੇ ਨੇ। ਇਹ भक्ति ਤੋਂ ਬਣਿਆ। हिंदी ਚ ਅਸੀਂ भक्ति लिखਦੇ ਹਾਂ ਤੇ ਤ ਕੋ ਛੋਟੀ ਕੀ ਮਾਤਰਾ ਲੱਗ ਜਾਂਦੀ ਹੈ। सौंकन, मालन, सांपन, सुहागन। इस तरह उत्पत, उत्पत्ति तो बनया उत्पत, भक्ति तो बनया भगत। जिथे भी भगत दे तत्ते नूं औंकड़ आ गई उत्थे भगत दी गल है। एक भगत भगत दे तत्ते नूं औंकड़ नहीं आई, बहुते भगत जां संबंधगी, पर जिथे भगत दे तत्ते नूं सियारी आएगी ਉਹਦਾ हमेशा अर्थ बनेगा भगती। भगत दे, भगत दा, भगत राही कदी अर्थ नहीं बनेगा। जिथे भगत दे तत्ते नूं सियारी आ गई, ਅੱਖਾਂ ਬੰਦ ਕਰਕੇ ਉਹਦਾ ਅਰਥ ਲਿਖ ਦੋ ਭਗਤੀ। ਭਗਤ ਪਾਏ, ਇਹ ਭਗਤੀ ਆਪਣੀ ਮੌਲਿਕ ਸਿਆਰੀ ਨਾਲ ਲੈ ਕੇ ਆਇਆ। ਭਾਏ ਮੈਨੇ ਪਿਆਰ, ਭਗਤੀ ਦੇ ਪਿਆਰ ਦੇ ਨਾਲ ਭੰਡਾਰ ਭਰੇ। ਭੰਡਾਰ ਦੇ ਰਾਰੇ ਨੂੰ ਔਂਕੜ ਨਹੀਂ ਆਈ, ਖਜ਼ਾਨੇ, ਬਹੁਤੇ ਖਜ਼ਾਨੇ ਭਰੇ। ਭਾਵ हे ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉੱਚੀ ਪਦਵੀ ਤੇ ਪ੍ਰਾਪਤ ਕੀਤੀ, ਪਰ ਭਗਤੀ ਦੇ ਪਿਆਰ ਦੇ ਨਾਲ ਆਪ ਦੇ ਖਜ਼ਾਨੇ ਭਰੇ ਪਏ ਨੇ। ਔਰ ਐਸੇ ਖਜ਼ਾਨੇ ਭਰੇ कि मिटिया जन्मांत मरण भौ भागा, चित लागा संतोख सरे, कव कल्य ठकुर हरदास तने, गुरु रामदास सर अपर भरे। मिटिया जन्मांत, इस समास शब्द है जन्म प्लस अंत। जन्मांत, जन्म अते अंत, जमना ते मरना। ਮਿਟਿਆ, ਉਹਨਾਂ ਦਾ ਮਿਟ ਗਿਆ, ਉਹਨਾਂ ਦਾ ਜਨਮ ਮਰਨ ਮਿਟ ਗਿਆ, ਆਵਾਗਮਨ ਮੁੱਕ ਗਿਆ ਉਹਨਾਂ ਦਾ। ਅਸੀਂ ਜੀਵ ਕਦੀ ਜੰਮਦੇ ਆ ਕਦੀ ਮਰਦੇ ਆ, ਔਰ ਦਿਨ ਚ ਪਤਾ ਨਹੀਂ ਕਿੰਨੀ ਵਾਰ ਜੰਮਦੇ ਆ ਤੇ ਕਿੰਨੀ ਵਾਰ ਮਰਦੇ ਆ। ਪਲ ਪਲ ਜੰਮਦੇ ਆ, ਪਲ ਪਲ ਮਰਦੇ ਆ। ਜਿਸੇ ਭੁਲਾਏ ਆਪ ਮਰ ਮਰ ਜੰਮੈ ਨਿਤ। ਨਿਤ ਮੈਨੇ ਰੋਜ਼, ਰੋਜ਼ ਜੰਮਦੇ ਰੋਜ਼ ਮਰਦੇ। ਰੱਬ ਚੇਤੇ ਆ ਜਾਂਦਾ, ਜੰਮ ਪੈਂਦੇ ਆ, ਰੱਬ ਭੁੱਲ ਜਾਂਦੇ, ਮਰ ਜਾਂਦੇ ਆ। ਸੱਚ ਬੋਲਦੇ ਆ, ਜੰਮ ਪੈਂਦੇ ਆ, ਝੂਠ ਬੋਲਦੇ ਆ, ਸਾਡੇ ਅੰਦਰੋਂ ਕੁਝ ਮਰ ਜਾਂਦਾ ਹੈ। ਸੱਚੀ ਸੁੱਚੀ ਹੱਕ ਦੀ ਕਮਾਈ ਕਰ ਲੈ ਕੇ ਆਨੇ ਆ, ਜੀ ਪੈਨੇ ਆ, ਪਰ ਜਦੋਂ ਕਿਸੇ ਗਰੀਬ ਦਾ ਹੱਕ ਮਾਰ ਕੇ ਲੈ ਕੇ ਆਨੇ ਆ, ਸਾਡੀ ਜ਼ਮੀਰ ਮਰ ਜਾਂਦੀ ਹੈ। ਸਿਫਤ ਕਰਦੇ ਆ, ਜੀ ਪੈਨੇ ਆ, ਕਿਸੇ ਦੀ ਨਿੰਦਾ ਕਰਦੇ ਆ, ਕੁਝ ਮਰ ਜਾਂਦੇ ਅੰਦਰੋਂ। ਰੱਬ ਚੇਤੇ ਆ ਜਾਏ, ਜੀ ਪੈਨੇ ਆ, ਰੱਬ ਭੁੱਲ ਜਾਏ, ਮਰ ਜਾਂਦੇ ਆ। ਆਖਾਂ ਜੀਵਾਂ ਬਿਸਤਰੇ ਮਰ ਜਾਓ, ਪਤਾ ਨਹੀਂ ਕਿੰਨੀ ਵਾਰ ਜੰਮਦੇ, ਕਿੰਨੀ ਵਾਰ ਮਰਦੇ ਆ। ਕਈ ਵਾਰ ਸੱਚ ਬੋਲਦੇ, ਕਈ ਵਾਰ ਝੂਠ ਬੋਲਦੇ। ਬਸ ਜਿਸੇ ਭੁਲਾਏ ਆਪ ਮਰ ਮਰ ਜੰਮੈ ਨਿਤ, ਰੋਜ਼ ਜੰਮਦੇ ਮਰਦੇ ਆ। ਪਰ ਇਸ ਜਨਮਾਂਤ ਨੂੰ ਮਿਟਾ ਦਿੱਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ। ਮਿਟਿਆ ਜਨਮਾਂਤ, ਆ ਜਿਹੜਾ ਜਨਮ ਮਰਨ ਸੀ ਮਿਟਾ ਲਿਆ। ਉਹਨਾਂ ਦੀ ਇੱਕ ਰਸ ਅਵਸਥਾ ਬਣ ਗਈ, ਮਰਨ ਭਉ ਭਾਗਾ। ਹੁਣ ਮੌਤ ਦਾ ਡਰ ਹੀ ਖਤਮ ਹੋ ਗਿਆ, ਵੀ ਝੂਠ ਬੋਲਾਂਗਾ ਮੌਤ ਆ ਜਾਏਗੀ, ਹੱਕ ਮਾਰਾਂਗਾ ਮੌਤ ਨਹੀਂ। ਨਹੀਂ, ਹੁਣ ਮੌਤ ਦੇ ਡਰ ਹੀ ਖਤਮ ਹੋ ਗਏ। ਮੌਤ ਦਾ ਡਰ, ਮਰਨ। ਇੱਥੇ ਨਾਣੇ ਨੂੰ ਔਂਕੜ ਤਾਂ ਨਹੀਂ ਆਈ, ਦਾ ਸੰਬੰਧਕ ਆ ਗਿਆ। ਜਿੱਥੇ ਦਾ ਸੰਬੰਧਕ ਨਹੀਂ ਆਏਗਾ ਉੱਥੇ ਮਰਨ ਦੇ ਨਾਣੇ ਨੂੰ ਔਂਕੜ ਹੋਏਗੀ, ਉਹਦਾ ਅਰਥ ਬਣੇਗਾ ਮੌਤ। ਪਰ ਇੱਥੇ ਔਂਕੜ ਕੱਟੀ ਗਈ, ਬਣ ਗਿਆ ਮੌਤ ਦਾ। ਭਉ ਮੈਨੇ ਡਰ, ਭਾਗਾ ਮੈਨੇ ਦੌੜ ਗਿਆ। ਮਿਟਿਆ ਜਨਮਾਂਤ ਮਰਨ ਭਉ ਭਾਗਾ। ਜਿੱਥੇ ਭਉ ਲਫ਼ਜ਼ ਆਏਗਾ ਉੱਥੇ ਇੱਕ ਵਚਨ ਅਰਥ ਬਣੇਗਾ ਡਰ, ਇੱਕ ਡਰ। ਭਾਵ ਮੌਤ ਦਾ ਡਰ ਦੌੜ ਗਿਆ। ਚਿੱਤ ਲਾਗਾ ਸੰਤੋਖ ਸਰੇ, ਚਿੱਤ ਜੁੜ ਗਿਆ। ਲਾਗਾ ਮੇਰੇ ਜੁੜ ਗਿਆ। ਕਿੱਥੇ ਜੁੜ ਗਿਆ ਚਿੱਤ? ਸੰਤੋਖ ਸਰੇ। ਸੰਤੋਖ ਦੇ ਖੱਖੇ ਨੂੰ ਔਂਕੜ ਨਹੀਂ ਆਈ, ਹਾਲਾਂਕਿ ਕੁਝ ਨੂੰ ਪੁਲਿੰਗ ਹੈ। ਅੱਗੇ ਆ ਗਿਆ ਸੰਬੰਧਕ ਦੇ। ਸੰਤੋਖ ਦੇ ਸਰੇ ਮੈਨੇ ਸਰੋਵਰ ਵਿੱਚ। ਉਹਨਾਂ ਦਾ ਚਿੱਤ ਸੰਤੋਖ ਦੇ ਸਰੋਵਰ ਪ੍ਰਭੂ ਵਿੱਚ ਜੁੜ ਗਿਆ। ਭਾਵ ਉਹਨਾਂ ਨੂੰ ਸੰਤੋਖ ਆ ਗਿਆ, ਰੱਜ ਆ ਗਿਆ, ਤ੍ਰਿਪਤੀ ਆ ਗਈ। ਹੁਣ ਉਹ ਸੰਤੋਖੀ ਸੁਭਾਅ ਵਾਲੇ ਹੋ ਗਏ। ਤੇ ਸੰਤੋਖੀ ਬੰਦਾ ਜਿਹੜਾ ਹੈ ਉਹ ਹਮੇਸ਼ਾ ਜੀਵਨ ਨੂੰ ਆਨੰਦ ਵਿੱਚ ਜਿੰਦਾ ਹੈ। ਸੰਤੋਖ ਨਹੀਂ ਤੇ ਦੌੜ ਬਣੀ ਹੀ ਰਹਿੰਦੀ ਹੈਗੀ ਹੈ। ਗੱਡੀ ਉਹਨਾਂ ਚਿਰ ਵੱਡੀ ਹੈ ਜਿੰਨਾ ਚਿਰ ਸ਼ੋਰੂਮ 'ਚ ਖੜੀ ਹੈ। ਜਦੋਂ ਘਰ ਦੇ ਦਰਵਾਜ਼ੇ ਤੇ ਆ ਜਾਂਦੀ ਹੈ ਉਦੋਂ ਹੀ ਛੋਟੀ ਹੋ ਜਾਂਦੀ ਹੈ। ਨਵੀਂ ਬੰਦਾ ਲੈਂਦਾ ਸੋਚਦਾ ਅਗਲੀ ਵਾਰ ਉਹ ਲਵਾਂਗਾ। ਉਹ ਸੰਤੋਖ ਨਹੀਂ ਹੈ। ਸੰਤੋਖ ਦਾ ਮਤਲਬ ਇਹ ਹੈ ਰੁੱਖੀ ਸੁੱਖੀ ਖਾਏ ਕਾ ਠੰਡਾ ਪਾਣੀ ਪੀਓ ਫਰੀਦਾ, ਦੇਖ ਪਰਾਈ ਚੋਪੜੀ। ਰੱਬ ਤੈਨੂੰ ਆਪਣੀ ਚੋਪੜੀ ਦਾ ਵੀ ਸ਼ੁਕਰ ਹੈ, ਪਰ ਪਰਾਈ ਦੀ ਦੇਖ ਕੇ ਫਰੀਦਾ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਜ਼ਿੰਦਗੀ ਦਾ ਇੱਕੋ ਇੱਕ ਨਿਸ਼ਾਨਾ ਹੋਵੇ ਸੰਤੋਖ, ਬਸ। ਉਹ ਬੰਦਾ ਕਦੇ ਵੀ ਦੁਖੀ ਨਹੀਂ ਹੋ ਸਕਦਾ।
ਸਬਰ ਇਹ ਸੁਭਾਓ ਮੈਨੇ ਸਵਾਰਥ, ਨਿਸ਼ਾਨਾ, ਏਮ, ਟਾਰਗੇਟ, ਲਕਸ਼, ਜ਼ਿੰਦਗੀ ਦਾ ਇੱਕੋ ਲਕਸ਼ ਹੋਵੇ ਸਬਰ, ਸੰਤੋਖ। ਸਬਰ ਇਹ ਸੁਭਾਓ ਜੇ ਤੂੰ ਬੰਦਾ ਦਿੜ ਕਰੇ, ਇਹ ਬੰਦੇ ਜੇ ਤੈਨੂੰ ਦਿੜ ਕਰ ਲਵੇਗਾ ਨਾ ਸੰਤੋਖ ਨੂੰ, ਵੱਧ ਥੀਵੇਂ ਦਰਿਆਓ, ਵੱਧ ਕੇ ਦਰਿਆ ਵਾਂਗੂ ਮਹਾਨ ਹੋ ਜਾਏਗਾ। ਟੁੱਟ ਨਾ ਥੀਵੇਂ ਬਾਹੜਾ, ਦੇਖੀ ਉਸ ਸੰਤੋਖ ਨਾਲ ਟੁੱਟ ਕੇ ਛੱਪੜ ਨਾ ਹੋ ਜਾਈ, ਦਰਿਆ ਦੀ ਤਰ੍ਹਾਂ ਚੱਲਦਾ ਰਹੀ। ਸੰਤੋਖ ਉਹ ਘੋੜਾ ਹੈ ਜਿਹਦੇ ਉੱਪਰ ਸਵਾਰ ਬੜੇ ਮਾਣ ਨਾਲ ਸਫ਼ਰ ਕਰਦਾ ਹੈ। ਸੰਤੋਖ ਦੇ ਘੋੜੇ ਤੇ ਸਵਾਰ ਨੂੰ ਡਿੱਗਣਾ ਨਹੀਂ ਪੈਂਦਾ, ਨਾ ਆਪਣੀਆਂ ਨਜ਼ਰਾਂ 'ਚ ਨਾ ਦੂਜੇ ਦੇ ਪੈਰਾਂ 'ਚ। ਉਹ ਸੰਤੋਖ ਦੇ ਘੋੜੇ ਤੇ ਸਵਾਰ ਹੋ ਕੇ ਬੜੇ ਮਾਣ ਨਾਲ ਜ਼ਿੰਦਗੀ ਦਾ ਸਫ਼ਰ ਤੈਅ ਕਰਦਾ ਹੈ। ਇਹ ਸੰਤੋਖ ਚਿੱਤ ਵਿੱਚ ਆ ਗਿਆ, ਚਿੱਤ ਲਾਗਾ ਸੰਤੋਖ ਸਰੇ। ਗੁਰੂ ਰਾਮਦਾਸ ਪਾਤਸ਼ਾਹ ਦੇ ਹਿਰਦੇ ਦੇ ਵਿੱਚ ਚਿੱਤ ਜਿਹੜਾ ਸੰਤੋਖ ਦੇ ਸਰੋਵਰ ਵਿੱਚ ਜੁੜਿਆ ਹੋਇਆ ਹੈ। ਕਵ ਕੱਲੇ ਠਕੁਰ ਹਰਦਾਸ ਤਨੇ, ਗੁਰੂ ਰਾਮਦਾਸ ਸਰ ਅਪਰ ਪਰੇ। ਇਹ ਕਲ ਸਹਾਰ ਕਵੀ ਠਾਕੁਰ ਹਰਦਾਸ ਜੀ ਦੇ ਪੁੱਤਰ। ਇੱਥੇ ਹੇ ਸੰਬੋਧਨ ਆ ਗਿਆ, ਹੈ ਕੱਲ। ਕਵੀ ਜਿਹੜਾ ਬਾਬਾ ਆਪਣੀ ਮੌਲਿਕ ਸਿਆਰੀ ਨਾਲ ਲੈ ਕੇ ਆਇਆ, ਹੇ ਕਵੀ ਕਲ ਠਕੁਰ ਹਰਦਾਸ ਤਨੇ। ਰਾਰੇ ਨੂੰ ਤੇ ਸੱਸੇ ਨੂੰ ਔਂਕੜ ਤਾਂ ਨਹੀਂ ਆਈ, ਦੇ ਸੰਬੰਧਕ ਆ ਗਿਆ। ਠਾਕੁਰ ਹਰਦਾਸ ਜੀ ਦੇ ਤਨੇ ਮੈਨੇ ਪੁੱਤਰ, ਕਵ ਕੱਲੇ ਠਕੁਰ ਹਰਦਾਸ ਤਨੇ, ਗੁਰੂ ਰਾਮਦਾਸ ਸਰ ਅਪਰ ਪਰੇ। ਆਦਰਵਾਚੀ ਰੂਪ ਚ ਆ ਗਿਆ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹਿਰਦੇ ਰੂਪ ਖਾਲੀ ਸਰੋਵਰਾਂ ਨੂੰ ਨਾਮ ਅੰਮ੍ਰਿਤ ਨਾਲ ਭਰਨ ਵਾਲੇ ਹਨ। ਇੱਥੇ ਤੱਕ ਸਾਡੇ ਇਹ 4 ਸਵਈਆਂ ਦੀ ਵਿਚਾਰ ਸੰਪੂਰਨ ਹੋਈ ਹੈ ਤੇ ਇੰਨੀਆਂ ਹੀ ਬੇਨਤੀਆਂ ਆਪ ਜੀ ਪ੍ਰਵਾਨ ਕਰ ਲੈਣੀਆਂ। ਅੱਗੋਂ ਸਵਾਲ ਜਵਾਬ ਜੇ ਹੋਣਗੇ ਤੇ ਮੈਂ ਇੱਥੇ ਹਾਜ਼ਰ ਹਾਂ, ਤੇ ਮੇਰੇ ਪਾਸੋਂ ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਮੈਂ ਵੀਰ ਆਇਆ ਸਿੰਘ ਨੂੰ ਬੇਨਤੀ ਕਰ ਰਿਹਾ ਹਾਂ ਕਿ ਸਾਡੇ ਨਵੇਂ ਆਏ ਜਿਹੜੇ ਹਨ ਉਹਨਾਂ ਨੂੰ ਜਾਣਕਾਰੀ ਦੇਣ, ਉਸ ਤੋਂ ਬਾਅਦ MP ਸਿੰਘ ਜੀ ਕੁਐਸਚਨ ਆਨਸਰ ਲੈ ਲੈਣ।